हाँ जी, बहुत ही प्यारे बच्चों, ਆਪਾਂ ਅੱਗੇ ਪੜਾਂਗੇ ਅੱਜ ਨਾਇਕ ਇਕਾਂਗੀ। ਪੜਾਂਗੇ ਵੈਸੇ ਇਕਾਂਗੀ ਕਦੇ ਪੜ੍ਹੀ ਨਹੀਂ ਜਾਂਦੀ ਹੁੰਦੀ ਬੱਚਿਓ, ਇਹ ਹਮੇਸ਼ਾ ਸਟੇਜ ਦੇ ਉੱਪਰ ਪੇਸ਼ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਦੇ ਵਾਰਤਾਲਾਪ ਹੁੰਦੇ ਨੇ ਨਾ ਉਸ ਤਰ੍ਹਾਂ ਇਹਨਾਂ ਨੂੰ ਪੇਸ਼ ਕੀਤਾ ਜਾਂਦਾ। ਤੁਸੀਂ ਵੀ ਸਾਰੇ ਵਾਰਤਾਲਾਪ ਜਿਹੜੇ ਡਾਇਲੋਗ ਨੇ ਇਹਨਾਂ ਨੂੰ ਬੋਲਿਆ ਕਰੋ, ਠੀਕ ਹੈ। ਅਤੇ ਪੇਪਰ ਦੇ ਵਿੱਚ ਇਸ ਦੇ ਵਿੱਚ ਪ੍ਰਸ਼ਨ ਉੱਤਰ ਵੀ ਆ ਜਾਂਦੇ ਨੇ ਬੱਚਿਓ, ਪਾਤਰ ਚਿਤਰਨ ਵੀ ਆ ਜਾਂਦੇ ਨੇ, ਪਾਤਰਾਂ ਦੇ ਚਿਤਰਨ ਕਰਨੇ ਵੀ ਕਿੱਦਾਂ ਦੇ ਪਾਤਰ ਹੈਗੇ ਨੇ। ਉਸ ਤੋਂ ਇਲਾਵਾ ਜਿਹੜੇ ਵਾਰਤਾਲਾਪ ਆ ਜਾਂਦੇ ਨੇ, ਠੀਕ ਹੈ ਨਾ। ਅਤੇ ਨਾਇਕ ਇਕਾਂਗੀ ਗੁਰਸ਼ਰਨ ਸਿੰਘ ਜੀ ਹੋਰਾਂ ਦੁਆਰਾ ਲਿਖੀ ਗਈ ਹੈ। ਸੋ ਇਸ ਦੇ ਵਿੱਚ ਅੱਜ ਆਪਾਂ ਤੁਹਾਨੂੰ ਪੜ੍ਹ ਕੇ ਹੀ ਦੱਸਾਂਗੇ, ਕਿਉਂਕਿ ਆਪਾਂ ਪੇਪਰਾਂ ਲਈ ਤੁਹਾਨੂੰ ਪੜ੍ਹਾ ਰਹੇ ਹਾਂ ਇਹ, ਵੀ ਜਿਹੜੇ ਵੀ ਤੁਹਾਡੇ ਵਾਰਤਾਲਾਪ ਨੇ ਉਹ ਤੁਹਾਨੂੰ ਇੱਕ ਤਰ੍ਹਾਂ ਨਾਲ ਉਹਨਾਂ ਦੀ ਪਹਿਚਾਣ ਹੋ ਜਾਵੇ, ਠੀਕ ਹੈ ਬੱਚੋ। ਹੁਣ ਨਾਇਕ ਇਕਾਂਗੀ ਦੇ ਵਿੱਚ ਪਾਤਰ ਕਿਹੜੇ ਕਿਹੜੇ ਨੇ? ਇੱਕ ਨੌਜਵਾਨ ਹੁੰਦਾ ਅਤੇ ਉਸ ਤੋਂ ਇਲਾਵਾ ਇੱਕ ਪਿਤਾ ਦੇ ਰੂਪ ਦੇ ਵਿੱਚ, ਫਿਰ ਇੱਕ ਪਿਤਾ ਇੰਟਰਵਿਊ ਲੈਣ ਵਾਲੇ ਦੀ ਕੁਰਸੀ ਉੱਤੇ ਬੈਠਾ, ਫਿਰ ਇੱਕ ਪਿਤਾ ਜੱਜ ਦੀ ਕੁਰਸੀ ਉੱਤੇ ਬੈਠਾ, ਠੀਕ ਹੈ। ਨਾਟਕ ਸ਼ੁਰੂ ਹੋਣ 'ਤੇ ਸੂਤਰਧਾਰ ਮੰਚ 'ਤੇ ਆਉਂਦਾ ਹੈ। ਸੂਤਰਧਾਰ ਕੀ ਹੁੰਦਾ ਬੱਚੋ? ਜਿਹੜਾ ਸਾਰੇ ਸ਼ੁਰੂ ਦੇ ਵਿੱਚ ਦੱਸਦਾ ਹੁੰਦਾ ਵੀ ਇਹ ਇਕਾਂਗੀ ਹੈ ਕੀ ਹੈ। ਅਤੇ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਬੱਚੋ ਇਹ ਇਕਾਂਗੀ ਹੈ ਕੀ ਹੈ। ਇਹ ਇਕਾਂਗੀ ਇੱਕ ਨੌਜਵਾਨ ਦੀ ਕਹਾਣੀ ਹੈ, ਠੀਕ ਹੈ, ਜਿਹਨੂੰ ਨਾਇਕ ਕਿਹਾ ਜਾਂਦਾ ਹੈ। ਨਾਇਕ ਉਹ ਕੀ ਹੁੰਦਾ? ਇੱਕ ਨੌਜਵਾਨ ਹੀ ਹੁੰਦਾ ਨਾਇਕ, ਕਿਉਂਕਿ ਉਸ ਦੇ ਵਿੱਚੋਂ ਦੱਸਿਆ ਜਾਂਦਾ ਹੈ ਵੀ ਜਿਹੜੀ ਇੱਕ ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਕਾਰਲੀ ਟੱਕਰ ਨੂੰ ਬਹੁਤ ਵਧੀਆ ਢੰਗ ਦੇ ਨਾਲ ਇਸ ਇਕਾਂਗੀ ਦੇ ਵਿੱਚ ਪੇਸ਼ ਕੀਤਾ ਹੈ। ਜਿਵੇਂ ਕਿ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਕਿ ਪਿਤਾ ਅਤੇ ਪੁੱਤਰ ਦੀ ਪੀੜ੍ਹੀ ਵਿੱਚ ਹਮੇਸ਼ਾ ਹੀ ਤਕਰਾਰ ਰਿਹਾ ਹੈ। ਦੋਵੇਂ ਇੱਕ ਦੂਜੇ ਵੱਲ ਪਿੱਠ ਕਰੀ ਖੜ੍ਹੇ ਹਨ। ਪਹਿਲਾ ਸੋਚਦਾ ਹੈ ਮੈਂ ਠੀਕ ਹਾਂ, ਦੂਜਾ ਨਵੀਂ ਪੀੜ੍ਹੀ ਦਾ ਪ੍ਰਤੀਨਿਧ ਸੋਚਦਾ ਹੈ ਕਿ ਮੇਰੀ ਸੋਚ ਵਧੇਰੇ ਸਹੀ ਹੈ। ਦੋਵੇਂ ਹੀ ਇੱਕ ਦੂਜੇ ਨੂੰ ਸਮਝਣ ਤੋਂ ਅਸਮਰੱਥ ਹਨ। ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਪੁਰਾਣੀ ਪੀੜ੍ਹੀ ਦੇ ਨੁਮਾਇੰਦੇ ਪਿਤਾ ਨੂੰ ਵੱਖ-ਵੱਖ ਰੂਪਾਂ ਵਿੱਚ ਪੇਸ਼ ਕੀਤਾ ਹੈ। ਪਹਿਲਾ ਪਿਤਾ ਦੇ ਰੂਪ ਦੇ ਵਿੱਚ, ਦੂਜਾ ਇੰਟਰਵਿਊ ਲੈਣ ਵਾਲੇ ਅਫਸਰ ਦੇ ਰੂਪ ਦੇ ਵਿੱਚ, ਅਤੇ ਤੀਜਾ ਕਚਹਿਰੀ ਵਿੱਚ ਬੈਠੇ ਜੱਜ ਦੇ ਰੂਪ ਦੇ ਵਿੱਚ। ਪੁੱਤਰ ਦੀ ਪੁਰਾਣੀ ਪੀੜ੍ਹੀ ਅਤੇ ਪਿਤਾ ਦੇ ਹਰ ਰੂਪ ਨਾਲ ਝਗੜਾ ਹੁੰਦਾ ਹੈ, ਜਿਸ ਨੂੰ ਇਕਾਂਗੀਕਾਰ ਨੇ ਬੜੀ ਖੂਬੀ ਨਾਲ ਪੇਸ਼ ਕੀਤਾ ਹੈ। ਇਕਾਂਗੀ ਦੇ ਅੰਤ ਵਿੱਚ ਲੇਖਕ ਦੋਹਾਂ ਪੀੜ੍ਹੀਆਂ ਨੂੰ ਆਪਣੇ ਅਨੁਭਵ ਵਿੱਚੋਂ ਲੰਘਾ ਕੇ ਇੱਕ ਦੂਜੇ ਦੇ ਨੇੜੇ ਲੈ ਆਉਂਦਾ ਹੈ। ਪੁਰਾਣੀ ਪੀੜ੍ਹੀ ਨੂੰ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਹੁੰਦਾ ਹੈ, ਨਵੀਂ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਦੀ ਮਜਬੂਰੀ ਦਾ ਅਹਿਸਾਸ ਹੁੰਦਾ ਹੈ। ਇਸ ਗੱਲ ਨੂੰ ਮਹਿਸੂਸ ਕਰਦਿਆਂ ਦੋਵੇਂ ਪੀੜ੍ਹੀਆਂ ਇੱਕ ਦੂਜੇ ਦੇ ਨੇੜੇ ਆਉਂਦੀਆਂ ਹਨ। ਇਸ ਪ੍ਰਕਾਰ ਇਕਾਂਗੀਕਾਰ ਨੇ ਦੋ ਪੀੜ੍ਹੀਆਂ ਵਿਚਲੀ ਲਕੀਰ ਨੂੰ ਮਿਟਾਉਣ ਦਾ ਯਤਨ ਕੀਤਾ ਹੈ। ਚਲੋ ਬੱਚੇ, ਫਿਰ ਆਪਾਂ ਦੇਖੀਏ ਇਸ ਦੇ ਵਾਰਤਾਲਾਪ। ਸੂਤਰਧਾਰ। ਲੋੜ ਹੈ ਉਹਨਾਂ ਨਾਇਕਾਂ ਦੀ ਜੋ ਸਮੇਂ ਦੀਆਂ ਚੁਣੌਤੀਆਂ ਨੂੰ ਕਬੂਲ ਕਰਨ, ਜੋ ਸੁਪਨਿਆਂ ਵਿੱਚ ਸਮਾਂ ਜ਼ਾਇਆ ਨਾ ਕਰਨ, ਸਗੋਂ ਅਸਲੀਅਤ ਨੂੰ ਖੁੱਲ੍ਹੀਆਂ ਅੱਖਾਂ ਨਾਲ ਦੇਖਣ। ਇਹ ਨਾਇਕ ਉਹ ਨਾ ਹੋਣ ਜੋ ਦਰਵਾਜ਼ੇ ਥਣੀ ਅੰਦਰ ਨਹੀਂ ਜਾ ਸਕਦੇ, ਖਿੜਕੀ ਥਾਣੀ ਬਾਹਰ ਨਹੀਂ ਝਾਕ ਸਕਦੇ, ਫਿਰ ਵੀ ਦਾਅਵਾ ਕਰਦੇ ਨੇ ਇਹ ਘਰ ਉਹਨਾਂ ਦਾ ਆਪਣਾ ਘਰ ਹੈ। ਇਹ ਨਾਇਕ ਉਹ ਨਾ ਹੋਣ ਜਿਨ੍ਹਾਂ ਦੇ ਬੋਲ ਆਵਾਜ਼ ਨਹੀਂ ਧਾਰਦੇ, ਜਿਨ੍ਹਾਂ ਦੇ ਸਿਰਾਂ ਨੂੰ ਸੀਸ ਦਾ ਰੁਤਬਾ ਨਹੀਂ ਮਿਲਦਾ, ਫਿਰ ਵੀ ਦਾਅਵਾ ਕਰਦੇ ਨੇ ਤਾਜ ਉਹਨਾਂ ਦੇ ਸਿਰ 'ਤੇ ਹੈ। ਇਹ ਨਾਇਕ ਉਹ ਨਾ ਹੋਣ ਜੋ ਸਿਰ ਭਾਰ ਸਿਰਫ ਇਸ ਲਈ ਤੁਰਦੇ ਨੇ ਕਿ ਪੈਰਾਂ ਵਿੱਚ ਕੰਡੇ ਨਾ ਚੁੱਭ ਜਾਣ, ਫਿਰ ਵੀ ਦਾਅਵਾ ਕਰਦੇ ਨੇ ਨਿਸ਼ਾਨ ਉਹਨਾਂ ਦੇ ਪੈਰਾਂ ਦੇ ਹੀ ਰਹਿਣਗੇ। ਇਹ ਨਾਇਕ ਉਹ ਨਾ ਹੋਣ ਜਿਨ੍ਹਾਂ ਦਾ ਦਿਲ ਜ਼ਰਦ ਪੱਤਿਆਂ ਦਾ ਜਨਾਜ਼ਾ ਉੱਠਣ ਨਾਲ ਚੜ੍ਹਦਾ ਹੈ ਅਤੇ ਰਾਤ ਪੈਂਦੀ ਹੈ ਮੁਰਝਾਏ ਫੁੱਲਾਂ ਦੀ ਅਰਥੀ ਚੁੱਕਣ ਨਾਲ, ਫਿਰ ਵੀ ਦਾਅਵਾ ਕਰਦੇ ਨੇ ਕਿ ਮੌਸਮ ਉਹਨਾਂ ਦੇ ਹੁਕਮ ਨਾਲ ਚੱਲਦਾ ਹੈ। ਪੁੱਤਰ ਬਾਹਰੋਂ ਆਉਂਦਾ ਹੈ, ਪਿਤਾ ਉਹਦੇ ਵੱਲ ਵੇਖਦਾ ਹੈ। ਪਿਤਾ, ਕਿੱਥੋਂ ਆਏ ਨੇ ਸਾਹਿਬਜ਼ਾਦੇ? ਪੁੱਤਰ, ਪਿਤਾ ਜੀ ਡਾਕਖਾਨੇ ਗਿਆ ਸੀ, ਪਰ ਤੁਸੀਂ ਇਸ ਤਰ੍ਹਾਂ ਟਿਚਕਰ ਨਾਲ ਮੈਨੂੰ ਕਿਉਂ ਬੁਲਾਉਂਦੇ ਹੋ? ਪਿਤਾ, ਹੁਣ ਮੈਂ ਆਪਣੇ ਘਰ ਵਿੱਚ ਹੀ ਆਪਣੇ ਪੁੱਤਰ ਨੂੰ ਕਿਸ ਤਰ੍ਹਾਂ ਬੁਲਾਵਾਂ ਕਿ ਇੰਨੀ ਵੀ ਮੈਨੂੰ ਆਪਣੇ ਘਰ ਵਿੱਚ ਆਜ਼ਾਦੀ ਨਹੀਂ? ਪੁੱਤਰ, ਆਜ਼ਾਦੀ ਦੀ ਗੱਲ ਨਹੀਂ, ਤੁਸੀਂ ਟਿਚਕਰ ਇਸ ਲਈ ਕਰ ਰਹੇ ਹੋ ਕਿ ਮੈਂ ਇੰਨਾ ਪੜ੍ਹਨ ਤੋਂ ਬਾਅਦ ਵੀ ਘਰ ਵਿਹਲਾ ਬੈਠਾ ਹਾਂ, ਪਰ ਇਹ ਮੇਰਾ ਕਸੂਰ ਨਹੀਂ। ਪਿਤਾ, ਕਿਸੇ ਪੜ੍ਹੇ ਲਿਖੇ ਨੂੰ ਨੌਕਰੀ ਨਾ ਮਿਲੇ ਇਹ ਉਹਦਾ ਕਸੂਰ ਨਹੀਂ, ਪਰ ਜੇ ਨੌਕਰੀ ਮਿਲਦੀ ਹੋਵੇ ਤਾਂ ਉਹ ਨਾ ਕਰੇ ਇਹ ਉਹਦਾ ਕਸੂਰ ਜ਼ਰੂਰ ਹੈ। ਪੁੱਤਰ, ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਮੈਂ ਕਮੇਟੀ ਘਰ ਵਿੱਚ ਕਲਰਕੀ ਦੀ ਨੌਕਰੀ ਨਹੀਂ ਕਰਨੀ।
ਪਿਤਾ, ਤੇ ਮੈਂ ਤੈਨੂੰ ਕਿੰਨੀ ਵਾਰ ਕਿਹਾ ਏ ਕਿ ਉਸ ਤੋਂ ਸਿਵਾ ਹੋਰ ਨੌਕਰੀ ਤੈਨੂੰ ਨਹੀਂ ਮਿਲ ਸਕਦੀ। ਇਸ ਵਿੱਚ ਸ਼ੱਕ ਨਹੀਂ, ਤੂੰ MA ਪਾਸ ਏ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਮੈਂ ਕਿਸੇ ਵੇਲੇ ਮੈਟ੍ਰਿਕ ਪਾਸ ਸਾਂ। ਮੈਂ ਕਲਰਕੀ ਦੀ ਨੌਕਰੀ ਕੀਤੀ, ਤੂੰ ਕਿਉਂ ਨਹੀਂ ਕਰ ਸਕਦਾ? ਉਸ ਵੇਲੇ ਮੈਟ੍ਰਿਕ ਪਾਸ ਦੀ ਜੋ ਲਿਆਕਤ ਸੀ ਹੁਣ MA ਪਾਸ ਦੀ ਹੈ। ਪੁੱਤਰ, ਪਿਤਾ ਜੀ ਮੈਟ੍ਰਿਕ ਹੁੰਦੀ ਹੈ, MA ਹੁੰਦੀ ਹੈ। ਪਿਤਾ, ਪਰ ਹੁਣ ਦਾ MA ਪਹਿਲੇ ਵੇਲੇ ਦੀ ਮੈਟ੍ਰਿਕ ਦੇ ਬਰਾਬਰ ਏ, ਜਿਸ ਤਰ੍ਹਾਂ ਹੁਣ ਦਾ ਰੁਪਇਆ ਪਹਿਲੇ ਵੇਲੇ ਦੇ ਆਨੇ ਦੇ ਬਰਾਬਰ ਏ। ਪੁੱਤਰ, ਪਿਤਾ ਜੀ ਆਨਾ ਹੁੰਦਾ ਏ ਤੇ ਰੁਪਇਆ ਹੁੰਦਾ ਏ। ਪੁੱਤਰ, ਤੂੰ ਕਹਿਣਾ ਕੀ ਚਾਹੁੰਦਾ ਏ? ਪੁੱਤਰ, ਇਹੋ ਕਿ ਤੁਸੀਂ ਹਰ ਗੱਲ ਵਿੱਚ ਮੈਨੂੰ ਆਪਣੇ ਮੁਕਾਬਲੇ ਨਾ ਖੜਾ ਕਰਿਆ ਕਰੋ। ਪਿਤਾ, ਪਰ ਮੈਂ ਇਹ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੱਲ੍ਹ ਦਾ ਮੁੰਡਾ ਆਪਣੇ ਆਪ ਨੂੰ ਮੇਰੇ ਤੋਂ ਉੱਚਾ ਸਮਝੇ। ਮੈਂ ਜੋ ਕਮੇਟੀ ਘਰ ਦੇ ਦਫ਼ਤਰ ਦਾ ਸੁਪਰਡੈਂਟ ਹਾਂ, ਸਾਰੇ ਸ਼ਹਿਰ ਦੇ ਟੈਕਸ ਦੇ ਕਾਗਜ਼ ਮੇਰੇ ਰਾਹੀਂ ਲੰਘਦੇ ਨੇ। ਪੁੱਤਰ, ਇੱਕ ਚੌਂਕ 'ਚ ਖੜਾ ਸਿਪਾਹੀ ਹਰ ਇੱਕ ਕਾਰ ਵਾਲੇ ਨੂੰ ਰੋਕ ਸਕਦਾ ਏ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਦਾ ਰੁਤਬਾ ਕਾਰ ਵਾਲਿਆਂ ਨਾਲੋਂ ਉੱਚਾ ਹੈ। ਪਿਤਾ, ਹੁਣ ਤੂੰ ਮੈਨੂੰ ਚੌਂਕ 'ਤੇ ਖੜਾ ਸਿਪਾਹੀ ਬਣਾ ਦਿੱਤਾ ਏ। ਪੁੱਤਰ, ਜੇ ਇੱਕ ਫਸਟ ਕਲਾਸ MA ਨੂੰ ਤੁਸੀਂ ਮੈਟ੍ਰਿਕ ਦੇ ਬਰਾਬਰ ਬਣਾ ਦੇਣ ਦਾ ਹੱਕ ਰੱਖਦੇ ਹੋ ਤਾਂ ਮੈਂ ਵੀ ਕੋਈ ਹੱਕ ਰੱਖਦਾ ਹਾਂ। ਪੁੱਤਰ, ਮੈਂ ਤੇਰੇ ਕੋਲੋਂ ਸਿਰਫ ਇਹ ਪੁੱਛਿਆ ਸੀ ਕਿ ਤੂੰ ਕਿੱਥੋਂ ਆਇਆ ਏ। ਪੁੱਤਰ, ਤੇ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਡਾਕਖਾਨੇ ਤੋਂ ਆਇਆ ਹਾਂ। ਮੈਂ ਜੋ ਪਿਛਲੇ ਹਫ਼ਤੇ ਇੰਟਰਵਿਊ ਦੇ ਕੇ ਆਇਆ ਹਾਂ ਉਹਦੇ ਰਿਜ਼ਲਟ ਦੀ ਮੈਨੂੰ ਉਡੀਕ ਹੈ। ਪਿਤਾ, ਤੂੰ ਉਡੀਕ ਵਿੱਚ ਬੁੱਢਾ ਹੋ ਜਾਏਗਾ। ਪੁੱਤਰ, ਜੇ ਤੁਹਾਡੀਆਂ ਸ਼ੁਭ ਇੱਛਾਵਾਂ ਇਸੇ ਤਰ੍ਹਾਂ ਮੇਰੇ ਨਾਲ ਰਹੀਆਂ ਤਾਂ ਇਹ ਗੱਲ ਸੱਚੀ ਵੀ ਹੋ ਸਕਦੀ ਹੈ। ਤੇ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਕੱਲ੍ਹ ਇੱਕ ਇੰਟਰਵਿਊ ਦੇਣ ਜਾ ਰਿਹਾ ਹਾਂ ਕਾਲਜ ਵਿੱਚ, ਲੈਕਚਰਾਰ ਦੀ ਪੋਸਟ ਹੈ। ਪਿਤਾ, ਕਿਹੜੇ ਕਾਲਜ ਵਿੱਚ? ਪੁੱਤਰ, ਤੁਸੀਂ ਪੁੱਛ ਕੇ ਕੀ ਲੈਣਾ ਏ? ਪਿਤਾ, ਹੋ ਸਕਦਾ ਏ ਮੈਂ ਕਿਸੇ ਸਿਫਾਰਿਸ਼ ਦਾ ਬੰਦੋਬਸਤ ਕਰਾਂ। ਮੈਨੂੰ ਕਿਸੇ ਸਿਫਾਰਿਸ਼ ਦੀ ਲੋੜ ਨਹੀਂ। ਹਾਂ, ਅਗਰ ਮੈਟ੍ਰਿਕ ਪਾਸ ਕਿਸੇ MA ਪਾਸ ਦੀ ਸਿਫਾਰਿਸ਼ ਲਵੇ ਤਾਂ ਇਹ ਉਸਦੀ ਬੇਇੱਜ਼ਤੀ ਹੈ, ਭਾਵੇਂ ਮੈਟ੍ਰਿਕ ਪਾਸ ਉਹਦਾ ਪਿਤਾ ਹੀ ਕਿਉਂ ਨਾ ਹੋਵੇ। ਪੁੱਤਰ, ਨਹੀਂ, ਇਹ ਗੱਲ ਨਹੀਂ। ਮੈਂ ਆਪਣੇ ਪੈਰਾਂ 'ਤੇ ਖਲੋਣਾ ਚਾਹੁੰਦਾ ਹਾਂ, ਪਰ ਤੁਸੀਂ ਮੇਰੀ ਇਹ ਗੱਲ ਨਹੀਂ ਸਮਝੋਗੇ। ਪਿਤਾ, ਮੈਂ ਤੇਰੀ ਗੱਲ ਨਹੀਂ ਸਮਝਾਂਗਾ। ਕੀ ਮੈਂ ਤੇਰਾ ਦੁਸ਼ਮਣ ਹਾਂ? ਪੁੱਤਰ, ਕਿਸੇ ਵੇਲੇ ਮੈਨੂੰ ਇਸੇ ਤਰ੍ਹਾਂ ਲੱਗਦਾ ਹੈ। ਪਿਤਾ, ਅੱਛਾ, ਜੇ ਇਸ ਤਰ੍ਹਾਂ ਹੀ ਤੂੰ ਸਮਝਣਾ ਹੈ ਤਾਂ ਠੀਕ ਹੈ। ਹਾਂ, ਤੇਰੇ ਮਹੀਨੇ ਦੇ ਖਰਚ ਲਈ ਪੈਸੇ ਤੇਰੇ ਕਮਰੇ ਵਿੱਚ ਮੇਜ਼ 'ਤੇ ਰੱਖ ਦਿੱਤੇ ਨੇ, ਹੋਰ ਲੋੜ ਹੋਵੇ ਤਾਂ ਮੰਗ ਲਵੀਂ। ਪੁੱਤਰ, ਸ਼ੁਕਰੀਆ, ਤੁਹਾਡਾ ਮੇਰੇ ਉੱਤੇ ਕਰਜ਼ਾ ਵੱਧਦਾ ਜਾ ਰਿਹਾ ਹੈ। ਜੋ ਵੀ ਤੈਨੂੰ ਆਪਣੇ ਪਿਤਾ ਨਾਲ ਇਸ ਤਰ੍ਹਾਂ ਗੱਲ ਕਰਦਿਆਂ ਸ਼ਰਮ ਆਉਣੀ ਚਾਹੀਦੀ ਹੈ। ਪੁੱਤਰ, ਸ਼ਰਮ ਵੇਲੇ ਸ਼ਰਮ ਜ਼ਰੂਰ ਕਰਾਂਗਾ, ਪਰ ਹੁਣ ਨਹੀਂ। ਪਿਤਾ, ਕਿਸ ਵੇਲੇ? ਪੁੱਤਰ, ਤੁਸੀਂ ਜਦੋਂ ਹੋਰ ਬੁੱਢੇ ਹੋ ਗਏ ਤਾਂ ਮੈਂ ਤੁਹਾਡੇ ਲਈ ਕੁਝ ਨਾ ਕਰ ਸਕਿਆ ਤਾਂ ਮੈਨੂੰ ਸ਼ਰਮ ਆਵੇਗੀ। ਪਿਤਾ, ਸੋ ਤੂੰ ਹੁਣੇ ਹੀ ਫੈਸਲਾ ਕਰ ਲਿਆ ਏ ਕਿ ਤੂੰ ਮੇਰੇ ਲਈ ਕੁਝ ਨਹੀਂ ਕਰੇਗਾ, ਸਿਰਫ ਸ਼ਰਮ ਕਰਕੇ ਆਪਣਾ ਫਰਜ਼ ਭੁਲਾ ਦੇਵੇਂਗਾ। ਮੈਨੂੰ ਤੇਰੇ ਤੋਂ ਇਹੋ ਉਮੀਦ ਹੈ। ਉਮੀਦਾਂ ਲਾਉਣੀਆਂ ਤੁਹਾਡੀ ਪੀੜ੍ਹੀ ਦੀ ਆਦਤ ਹੈ, ਸਾਡੀ ਨਹੀਂ। ਪਿਤਾ, ਕੀ ਮਤਲਬ? ਪੁੱਤਰ, ਤੁਹਾਡੀ ਪੀੜ੍ਹੀ ਨੇ ਉਮੀਦ ਲਾਈ ਸੀ ਦੇਸ਼ ਆਜ਼ਾਦ ਹੋਵੇਗਾ, ਇਨਸਾਫ ਦਾ ਰਾਜ ਹੋਵੇਗਾ, ਕੋਈ ਕਿਸੇ ਦੀ ਮਿਹਨਤ ਨਹੀਂ ਲੁੱਟ ਸਕੇਗਾ। ਪਰ ਹੁਣ ਤੁਹਾਡੀ ਉਮੀਦ ਪੂਰੀ ਨਹੀਂ ਹੋਈ। ਤੁਸੀਂ ਉਮੀਦ ਲਾਈ ਸੀ ਕਿ ਬੱਚੇ ਪੜ੍ਹ ਲਿਖ ਕੇ ਆਪਣਾ ਰੁਜ਼ਗਾਰ 'ਤੇ ਲੱਗਣਗੇ, ਪਰ ਉਮੀਦ ਪੂਰੀ ਨਹੀਂ ਹੋਈ। ਅਸੀਂ ਨਾ ਕੋਈ ਉਮੀਦ ਲਾਈ ਹੈ ਤੇ ਨਾ ਕੋਈ ਵਾਅਦਾ ਕਰ ਸਕਦੇ ਹਾਂ। ਸਾਨੂੰ ਤਾਂ ਹਰ ਘੜੀ ਜੀਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅੱਗੋਂ ਕੀ ਹੋਏਗਾ ਸਾਨੂੰ ਬਿਲਕੁਲ ਨਹੀਂ ਪਤਾ। ਪਿਤਾ, ਮੈਂ ਸੋਚਦਾ ਹਾਂ ਜੇ ਨੌਜਵਾਨਾਂ ਦੀ ਇਹ ਸੋਚ ਬਣ ਗਈ ਏ ਤਾਂ ਦੇਸ਼ ਦਾ ਕੀ ਬਣੇਗਾ। ਪੁੱਤਰ, ਸਾਨੂੰ ਫਿਕਰ ਇਸ ਗੱਲ ਦਾ ਏ ਕਿ ਸਾਡਾ ਕੀ ਬਣੇਗਾ। ਪਿਤਾ, ਤੁਹਾਡਾ ਤਾਂ ਹੀ ਕੁਝ ਬਣੇਗਾ ਜੇ ਦੇਸ਼ ਦਾ ਕੁਝ ਬਣੇਗਾ। ਪੁੱਤਰ, ਇਹ ਸਭ ਕਹਿਣ ਦੀਆਂ ਗੱਲਾਂ ਨੇ ਪਿਤਾ ਜੀ। ਦੇਸ਼ ਵਿੱਚ ਜਿਨ੍ਹਾਂ ਦਾ ਬਣਨਾ ਸੀ ਉਹ ਬਣਿਆ ਹੋਇਆ ਏ। ਦੇਸ਼ ਵਿੱਚ ਅਮੀਰ ਲੋਕਾਂ ਦੀ ਕਮੀ ਨਹੀਂ। ਹੋਟਲਾਂ ਦੇ ਹੋਟਲ ਬਣੀ ਜਾ ਰਹੇ ਨੇ, ਐਸ਼ੀ ਕਰਨ ਵਾਲੇ ਐਸ਼ੀ ਕਰ ਰਹੇ ਨੇ, ਮੁਰਗੇ ਖਾ ਰਹੇ ਨੇ, ਸ਼ਰਾਬਾਂ ਪੀ ਰਹੇ ਨੇ। ਸੋ ਦੇਸ਼ ਦੀ ਨਹੀਂ, ਸਾਨੂੰ ਆਪਣੀ ਫਿਕਰ ਹੈ। ਹਾਂ, ਤੁਸੀਂ ਬਾਹਰ ਕਦੋਂ ਜਾਣਾ ਏ? ਕੀ ਮਤਲਬ? ਪੁੱਤਰ, ਮੇਰੇ ਦੋਸਤ ਬਾਹਰ ਉਡੀਕ ਰਹੇ ਨੇ। ਪਿਤਾ, ਯਾਨੀ ਤੇਰੇ ਕਹਿਣ ਦਾ ਮਤਲਬ ਹੈ
ਮੈਂ ਆਪਣੇ ਘਰ ਤੋਂ ਦਫਾ ਹੋ ਜਾਵਾਂ ਕਿਉਂਕਿ ਤੇਰੇ ਦੋਸਤ ਬਾਹਰ ਉਡੀਕ ਰਹੇ ਨੇ। ਪੁੱਤਰ ਮੈਂ ਦਫਾ ਹੋ ਜਾਣ ਦਾ ਸ਼ਬਦ ਨਹੀਂ ਵਰਤਿਆ। ਉਂਝ ਇਸ ਵਿੱਚ ਸ਼ੱਕ ਨਹੀਂ ਕਿ ਤੁਹਾਡੇ ਬਾਹਰ ਜਾਣ ਦਾ ਸਮਾਂ ਹੋਇਆ ਏ। ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਮੈਂ ਚਲਿਆ ਜਾਵਾਂਗਾ। ਅਸੀਂ ਇੱਕ ਮੀਟਿੰਗ ਕਰਨੀ ਹੈ, ਕਿਧਰੇ ਹੋਰ ਕਰ ਲਵਾਂਗੇ। ਪਿਤਾ ਬੁਲਾ ਲੈ ਸਾਰਿਆਂ ਨੂੰ, ਮੈਂ ਚਲਿਆ ਜਾਂਦਾ। ਸੋਟੀ ਚੁੱਕ ਕੇ ਜਾਂਦਾ ਹੈ। ਪੁੱਤਰ ਵੀ ਬਾਹਰ ਜਾਂਦਾ ਹੈ। ਸੂਤਰਧਾਰ ਪਿਤਾ ਅਤੇ ਪੁੱਤਰ ਦਾ ਫਰਕ ਹੈ। ਇਹ ਪੀੜ੍ਹੀਆਂ ਦਾ ਫਰਕ ਹੈ। ਇਹ ਸੋਚ ਦਾ ਫਰਕ ਹੈ। ਇਹ ਵਿਸ਼ਵਾਸ ਦਾ ਫਰਕ ਹੈ। ਇੱਕ ਉਹ ਹੈ ਜੋ ਬੀਤ ਚੁੱਕਾ ਹੈ, ਇੱਕ ਉਹ ਹੈ ਜੋ ਆਉਣ ਵਾਲਾ ਹੈ। ਪੁੱਤਰ ਹੁਣ ਨੌਕਰੀ ਦਾ ਉਮੀਦਵਾਰ ਹੈ। ਪਿਤਾ ਕੁਰਸੀ 'ਤੇ ਬੈਠਾ ਅਹੁਦੇਦਾਰ ਹੈ। ਨਾਟਕ ਦਾ ਪਿੜ ਤਿਆਰ ਹੈ। ਨਾਟਕ ਇਹ ਮਜ਼ੇਦਾਰ ਹੈ। ਦ੍ਰਿਸ਼ ਇੱਕ ਦਫ਼ਤਰ ਦਾ। ਰੌਸ਼ਨੀ ਹੋਣ 'ਤੇ ਪਿਤਾ ਹੁਣ ਇੱਕ ਕੁਰਸੀ 'ਤੇ ਬੈਠਾ ਹੈ। ਉਹ ਇੱਕ ਇੰਟਰਵਿਊ ਲੈਣ ਵਾਲਾ ਵਿਅਕਤੀ ਹੈ। ਪਿਤਾ ਆਵਾਜ਼ ਦੇ ਕੇ ਰੋਲ ਨੰਬਰ 1 ਅੰਦਰ ਆ ਜਾਏ। ਪੁੱਤਰ ਆਉਂਦਾ ਹੈ। ਉਹਦੇ ਕੋਲ ਡਿਗਰੀਆਂ ਦਾ ਲਿਫਾਫਾ ਹੈ। ਪਿਤਾ ਸੁਖਦੇਵ ਸਿੰਘ, ਤੇਰੇ ਸਰਟੀਫਿਕੇਟ ਬੜੇ ਚੰਗੇ ਨੇ। ਪੁੱਤਰ ਹਾਂਜੀ। ਪਿਤਾ ਤੇਰੀਆਂ ਵਿੱਦਿਅਕ ਪ੍ਰਾਪਤੀਆਂ ਬਹੁਤ ਨੇ। ਪੁੱਤਰ ਹਾਂਜੀ, ਮੈਟ੍ਰਿਕ ਤੋਂ ਲੈ ਕੇ MA ਤੱਕ ਮੈਂ ਫਸਟ ਕਲਾਸ ਵਿੱਚ ਪਾਸ ਕੀਤੀ ਹੈ। ਮੈਟ੍ਰਿਕ ਵਿੱਚ ਮੈਂ ਆਪਣੇ ਜ਼ਿਲ੍ਹੇ ਵਿੱਚੋਂ ਫਸਟ ਆਇਆ। BA ਵਿੱਚ ਮੈਂ ਕਾਲਜ ਵਿੱਚੋਂ ਫਸਟ ਆਇਆ ਸਾਂ। MA ਵਿੱਚ ਮੈਂ ਕਲਾਸ ਵਿੱਚੋਂ ਫਸਟ ਆਇਆ ਸਾਂ। ਪਿਤਾ ਮੇਰਾ ਖਿਆਲ ਹੈ ਇਹ ਨੌਕਰੀ ਤੈਨੂੰ ਮਿਲਣੀ ਚਾਹੀਦੀ ਹੈ। ਪੁੱਤਰ ਮੇਰਾ ਵੀ ਖਿਆਲ ਹੈ ਕਿ ਇਹ ਨੌਕਰੀ ਮੈਨੂੰ ਮਿਲਣੀ ਚਾਹੀਦੀ ਹੈ। ਪਿਤਾ ਤੇਰੇ ਤੋਂ ਚੰਗਾ ਸਾਡੇ ਕੋਲ ਹੋਰ ਕੋਈ ਉਮੀਦਵਾਰ ਨਹੀਂ। ਪੁੱਤਰ ਮੇਰਾ ਵੀ ਖਿਆਲ ਹੈ ਕਿ ਮੇਰੇ ਨਾਲੋਂ ਚੰਗਾ ਤੁਹਾਡੇ ਕੋਲ ਕੋਈ ਉਮੀਦਵਾਰ ਨਹੀਂ। ਪਿਤਾ ਤੇਰੇ ਕੋਲ ਕੋਈ ਸਿਫਾਰਿਸ਼ ਹੈ? ਪੁੱਤਰ ਨਹੀਂ ਜੀ, ਮੇਰੇ ਕੋਲ ਜੋ ਕੁਝ ਵੀ ਹੈ ਉਹ ਇਹੀ ਹੈ। ਪਿਤਾ ਇਹ ਪ੍ਰਾਈਵੇਟ ਕਾਲਜ ਹੈ। ਮੈਨੇਜਮੈਂਟ ਦਾ ਕੋਈ ਮੈਂਬਰ ਤੈਨੂੰ ਜਾਂ ਤੇਰੇ ਪਿਤਾ ਜੀ ਨੂੰ ਜਾਣਦਾ ਹੋਵੇਗਾ? ਪੁੱਤਰ ਮੈਨੂੰ ਕੋਈ ਨਹੀਂ ਜਾਣਦਾ। ਜੇ ਪਿਤਾ ਜੀ ਨੂੰ ਕੋਈ ਜਾਣਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਜੇਕਰ ਜਾਣਦਾ ਹੋਵੇ ਤਾਂ ਵੀ ਮੈਂ ਨਹੀਂ ਚਾਹਾਂਗਾ ਕਿ ਪਿਤਾ ਜੀ ਕਿਸੇ ਨੂੰ ਮੇਰੇ ਵਾਸਤੇ ਆਖਣ। ਪਿਤਾ ਮੈਂ ਤੇਰੇ ਜਜ਼ਬਿਆਂ ਦੀ ਕਦਰ ਕਰਨਾ ਹਾਂ। ਨੌਜਵਾਨਾਂ ਵਿੱਚ ਇਹੋ ਜਿਹਾ ਹੀ ਵਿਸ਼ਵਾਸ ਹੋਣਾ ਚਾਹੀਦਾ ਹੈ। ਪੁੱਤਰ ਇਹਦਾ ਮਤਲਬ ਹੈ ਕਿ ਮੈਨੂੰ ਇਹ ਨੌਕਰੀ ਮਿਲ ਜਾਏਗੀ? ਪਿਤਾ ਮੈਂ ਤਾਂ ਚਾਹਾਂਗਾ ਇਹ ਤੈਨੂੰ ਮਿਲ ਜਾਏ, ਪਰ ਪੁੱਤਰ ਪਰ ਕੀ? ਪਿਤਾ ਕੋਈ ਐਸਾ ਉਮੀਦਵਾਰ ਵੀ ਆ ਸਕਦਾ ਹੈ ਜਿਸ ਦੇ ਨੰਬਰ ਭਾਵੇਂ ਥੋੜ੍ਹੇ ਹੋਣ ਪਰ ਉਹਦੀ ਸਿਫਾਰਿਸ਼ ਬਹੁਤੀ ਹੋਵੇ, ਲਿਆਕਤ ਘੱਟ ਹੋਵੇ ਪਰ ਪੁੱਲ ਬਹੁਤੀ ਹੋਵੇ। ਪੁੱਤਰ ਇਹ ਗੱਲ ਤੁਹਾਨੂੰ ਨੌਕਰੀ ਦੇ ਇਸ਼ਤਿਹਾਰ ਵਿੱਚ ਦਰਜ ਕਰਨੀ ਚਾਹੀਦੀ ਸੀ ਕਿ ਤੁਹਾਨੂੰ ਐਸੇ ਉਮੀਦਵਾਰ ਦੀ ਲੋੜ ਹੈ ਜਿਸ ਦੇ ਨੰਬਰ ਭਾਵੇਂ ਥੋੜ੍ਹੇ ਹੋਣ ਪਰ ਉਹਦੀ ਸਿਫਾਰਿਸ਼ ਬਹੁਤੀ ਹੋਵੇ, ਉਹਦੀ ਲਿਆਕਤ ਘੱਟ ਹੋਵੇ ਪਰ ਪੁੱਲ ਬਹੁਤੀ ਹੋਵੇ। ਪਿਤਾ ਇਹ ਕਿਸ ਤਰ੍ਹਾਂ ਲਿਖਿਆ ਜਾ ਸਕਦਾ ਹੈ? ਇਹ ਜਮਹੂਰੀ ਕਦਰਾਂ ਕੀਮਤਾਂ ਦਾ ਦੇਸ਼ ਹੈ। ਇਹਦੇ ਵਿੱਚ ਲਿਖਤੀ ਤੌਰ 'ਤੇ ਸਾਰਿਆਂ ਦੇ ਹੱਕ ਬਰਾਬਰ ਨੇ। ਪੁੱਤਰ ਜੇ ਲਿਖਤੀ ਤੌਰ 'ਤੇ ਬਰਾਬਰ ਨੇ ਤਾਂ ਅਮਲੀ ਤੌਰ 'ਤੇ ਕਿਉਂ ਨਹੀਂ ਹੋ ਸਕਦੇ? ਪਿਤਾ ਇਹ ਸਾਡੀ ਮਜਬੂਰੀ ਹੈ। ਪੁੱਤਰ ਇਹ ਤੁਹਾਡੀ ਮਜਬੂਰੀ ਨਹੀਂ, ਤੁਹਾਡੀ ਬੇਈਮਾਨੀ ਹੈ। ਤੁਸੀਂ ਦੰਭੀ ਹੋ, ਮਕਾਰ ਹੋ, ਝੂਠੇ ਹੋ। ਪਿਤਾ ਤੈਨੂੰ ਬੋਲਣ ਦੀ ਤਮੀਜ਼ ਨਹੀਂ? ਪੁੱਤਰ ਤਮੀਜ਼ ਸ਼ਬਦ ਦੇ ਅਰਥ ਨੇ। ਮੇਰੇ ਖਿਆਲ ਵਿੱਚ ਤਮੀਜ਼ ਤੁਹਾਨੂੰ ਨਹੀਂ, ਇੱਕ ਪੜ੍ਹੇ ਲਿਖੇ ਨੌਜਵਾਨ ਨਾਲ ਤੁਸੀਂ ਇਹ ਬਦਤਮੀਜ਼ੀ ਕਰ ਰਹੇ ਹੋ ਕਿ ਉਹਦਾ ਹੱਕ ਉਹਨੂੰ ਨਹੀਂ ਦੇ ਰਹੇ। ਪਿਤਾ ਤੂੰ ਬੜਾ ਗੁਸਤਾਖ ਹੈ। ਪੁੱਤਰ ਸੱਚ ਹਮੇਸ਼ਾ ਗੁਸਤਾਖ ਹੁੰਦਾ ਹੈ। ਪਿਤਾ ਇੱਥੋਂ ਬਾਹਰ ਨਿਕਲ ਜਾ। ਪੁੱਤਰ ਨਹੀਂ ਨਿਕਲਦਾ। ਪਿਤਾ ਮੈਂ ਕਹਿੰਦਾ ਹਾਂ ਇੱਥੋਂ ਬਾਹਰ ਨਿਕਲ ਜਾ। ਪੁੱਤਰ ਮੈਂ ਕਹਿੰਦਾ ਹਾਂ ਮੈਂ ਨਹੀਂ ਨਿਕਲਦਾ। ਉਹਨਾਂ ਦਾ ਝਗੜਾ ਹੱਥੋਂ ਪਾਈ ਤੱਕ ਜਾਂਦਾ ਹੈ ਤੇ ਦੋਵੇਂ ਇੱਕ ਦੂਜੇ ਨੂੰ ਘੂਰਦੇ ਬਾਹਰ ਜਾਂਦੇ ਨੇ। ਸੂਤਰਧਾਰ ਇਹ ਪੀੜ੍ਹੀਆਂ ਦਾ ਤਕਰਾਰ ਹੈ। ਕਿਸੇ ਦੀ ਜਿੱਤ ਕਿਸੇ ਦੀ ਹਾਰ ਹੈ। ਕੁਰਸੀ 'ਤੇ ਬੈਠਾ ਚਾਹੁੰਦਾ ਹੈ ਜ਼ਿੰਦਗੀ ਇੱਕ ਚਾਲ ਚੱਲਦੀ ਹੈ। ਸਥਾਪਿਤ ਦਸਤੂਰ ਅੱਗੇ ਝੁਕਦੀ ਰਹੇ ਪਰ ਸੜਕ 'ਤੇ ਆਏ ਨੂੰ ਇਹ ਮਨਜ਼ੂਰ ਨਹੀਂ ਕਿ ਇੱਕ ਥਾਂ 'ਤੇ ਖਲੋਤੀ ਰਹੇ। ਉਹ ਜ਼ਿੰਦਗੀ ਦਾ ਦਸਤੂਰ ਨਹੀਂ। ਇਸ ਦੌਰਾਨ ਪਿਤਾ ਪੁੱਤਰ ਮੰਚ 'ਤੇ ਆਉਂਦੇ ਹਨ। ਪਿਤਾ ਅਤੇ ਪੁੱਤਰ ਹੁਣ ਘਰ ਵਿੱਚ ਹਨ, ਬੰਦ ਹੁਣ ਦਰ ਵਿੱਚ ਹਨ। ਪਿਤਾ ਸਮਝਦਾ ਹੈ ਹੱਕ ਹੈ ਉਹਨੂੰ ਪੁੱਤਰ ਨੂੰ ਸਮਝਾਉਣ ਦਾ, ਪਰ ਬਾਲਗ ਪੁੱਤਰ ਸਮਝਦਾ ਹੈ ਉਹ ਜ਼ਿੰਦਗੀ ਨੂੰ ਵੱਧ ਜਾਣਦਾ ਹੈ। ਦ੍ਰਿਸ਼ ਇਹ ਵੀ ਵੇਖਣ ਵਾਲਾ ਹੈ। ਇਸ ਵਿੱਚ ਵੀ ਨਾਟਕੀ ਮਸਾਲਾ ਹੈ। ਥਾਂ ਪਹਿਲੇ ਵਾਲਾ ਘਰ। ਹੁਣ ਘਰ ਵਿੱਚ ਹੀ
ਪਹਿਲੇ ਦ੍ਰਿਸ਼ ਵਾਲੇ ਕਮਰੇ ਵਿੱਚ ਪਿਤਾ ਸ਼ਾਲ ਲੈ ਕੇ ਕੁਰਸੀ ਤੇ ਬੈਠਾ ਹੈ ਤੇ ਪੁੱਤਰ ਦੂਰ ਇੱਕ ਪਾਸੇ ਖੜਾ ਹੈ। ਪਿਤਾ, ਇਹ ਤੈਨੂੰ ਕਿਹਨੇ ਕਿਹਾ ਸੀ ਕਿ ਹੰਗਾਮਾ ਖੜਾ ਕਰ? ਪੁੱਤਰ, ਪਹਿਲੇ ਮੈਨੂੰ ਇਹ ਦੱਸੋ ਕਿ ਤੁਸੀਂ ਹੁਣ ਕੁਰਸੀ ਤੇ ਬੈਠੇ ਉਹ ਵਿਅਕਤੀ ਹੋ ਜਾਂ ਮੇਰੇ ਪਿਤਾ ਹੋ? ਪਿਤਾ, ਉਹ ਵਿਅਕਤੀ ਰਹਿ ਗਿਆ ਉੱਥੇ ਹੀ ਕੁਰਸੀ ਤੇ। ਮੈਂ ਤੇਰਾ ਪਿਤਾ ਤੇਰੇ ਨਾਲ ਗੱਲ ਕਰ ਰਿਹਾ ਹਾਂ ਕਿ ਇਹ ਸਾਰਾ ਹੰਗਾਮਾ ਖੜਾ ਕਰਨ ਦੀ ਕੀ ਲੋੜ ਸੀ? ਪੁੱਤਰ, ਪਰ ਉਹਦਾ ਕੀ ਹੱਕ ਬਣਦਾ ਸੀ ਕਿ ਮੇਰੇ ਮੂੰਹ ਤੇ ਕਹੇ ਕਿ ਇਹ ਨੌਕਰੀ ਤੈਨੂੰ ਨਹੀਂ ਮਿਲ ਸਕਦੀ? ਪਰ ਇਸ ਵਿੱਚ ਉਹਦਾ ਕੀ ਕਸੂਰ ਸੀ? ਉਹਨੇ ਆਪਣੀ ਉਹ ਕੁਰਸੀ ਖੁਆਉਣੀ ਸੀ। ਪੁੱਤਰ, ਫਿਰ ਇਹ ਕਿਸ ਦਾ ਕਸੂਰ ਹੈ ਕਿ ਇੱਕ ਬੰਦਾ ਜਿਸ ਦੇ ਨੰਬਰ ਬਹੁਤੇ ਹੋਣ ਉਹਦਾ ਸਾਰਿਆਂ ਨਾਲੋਂ ਵੱਧ ਹੱਕ ਬਣਦਾ ਹੋਵੇ ਕਿ ਉਹ ਨੌਕਰੀ ਲਈ ਚੁਣਿਆ ਜਾਏ, ਪਰ ਉਹ ਚੁਣਿਆ ਨਾ ਜਾਏ? ਪਿਤਾ, ਮੇਰੇ ਨੌਜਵਾਨ ਪੁੱਤਰ, ਇਹ ਇਸ ਸਮਾਜ ਦਾ ਕਸੂਰ ਹੈ, ਇਸ ਪ੍ਰਬੰਧ ਦਾ ਕਸੂਰ ਹੈ। ਪੁੱਤਰ, ਤੇ ਮੇਰੇ ਬੁੱਢੇ ਪਿਤਾ ਜੀ, ਇਸ ਪ੍ਰਬੰਧ ਵਿਰੁੱਧ ਕੌਣ ਬੋਲੇਗਾ? ਪਿਤਾ, ਤੂੰ ਠੇਕਾ ਤਾਂ ਨਹੀਂ ਲੈ ਲਿਆ ਹੋਇਆ ਕਿ ਹਰ ਇੱਕ ਥਾਂ ਤੇ ਤੂੰ ਬੋਲੇ? ਹੁਣ ਪਤਾ ਏ ਕੀ ਹੋਏਗਾ? ਪੁੱਤਰ, ਪਤਾ ਏ ਉਸ ਵਿਅਕਤੀ ਨੇ ਪੁਲਿਸ ਵਿੱਚ ਰਿਪੋਰਟ ਲਿਖਵਾ ਦਿੱਤੀ ਹੈ ਕਿ ਮੈਂ ਡਿਊਟੀ 'ਤੇ ਤਾਇਨਾਤ ਬੰਦੇ ਦੀ ਉਸ ਦੇ ਦਫ਼ਤਰ ਵਿੱਚ ਉਹਦੀ ਬੇਇੱਜ਼ਤੀ ਕੀਤੀ ਹੈ ਤੇ ਉਹਨੂੰ ਮਾਰ ਦੇਣ ਦੀ ਧਮਕੀ ਦਿੱਤੀ ਹੈ। ਪਿਤਾ, ਤੇ ਇਹ ਮਾਮੂਲੀ ਜੁਰਮ ਨਹੀਂ, ਤੇਰੇ 'ਤੇ ਮੁਕੱਦਮਾ ਚੱਲ ਸਕਦਾ ਹੈ, ਤੈਨੂੰ ਸਜ਼ਾ ਹੋ ਸਕਦੀ ਹੈ। ਪੁੱਤਰ, ਮੁਕੱਦਮਾ ਚੱਲਣ ਦੇਣਾ, ਜੇਲ੍ਹ ਜਾਣ ਦੇਣਾ, ਤੁਸੀਂ ਜ਼ਮਾਨਤ ਨਾ ਕਰਾਉਣਾ? ਪਿਤਾ, ਤੈਨੂੰ ਜੇਲ੍ਹ ਜਾਣ ਦੇਵਾਂ ਤਾਂ ਜੋ ਤੇਰੀ ਮਾਂ ਸੁਪਨਿਆਂ ਵਿੱਚ ਆ ਕੇ ਮੈਨੂੰ ਫਿਟਕਾਰ ਪਾਵੇ ਕਿ ਆਪਣੇ ਪੁੱਤਰ ਦਾ ਬੜਾ ਖਿਆਲ ਰੱਖਿਆ ਹੈ। ਪੁੱਤਰ, ਜੇ ਤੁਹਾਨੂੰ ਇਸ ਫਿਟਕਾਰ ਦਾ ਇੰਨਾ ਹੀ ਡਰ ਸੀ ਤਾਂ ਤੁਸੀਂ ਆਪਣੇ ਪੁੱਤਰ ਦਾ ਖਿਆਲ ਰੱਖਣਾ ਸੀ। ਪਿਤਾ, ਕੀ ਮੈਂ ਤੇਰਾ ਖਿਆਲ ਨਹੀਂ ਰੱਖਿਆ? ਸਾਰਿਆਂ ਨਾਲੋਂ ਚੰਗੀ ਤੇਰੀ ਪੜ੍ਹਾਈ ਕਰਾਈ ਹੈ, ਤੈਨੂੰ ਕੋਈ ਥੁੜ ਨਹੀਂ ਹੋਣ ਦਿੱਤੀ। ਪੁੱਤਰ, ਇਹ ਤਾਂ ਹਰ ਬਾਪ ਕਰਦਾ ਏ, ਮੈਂ ਤਾਂ ਹੀ ਮੰਨਦਾ ਕਿ ਤੁਸੀਂ ਮੇਰਾ ਖਿਆਲ ਰੱਖਿਆ ਏ। ਜੇ ਤੁਸੀਂ ਉਹ ਲੜਾਈ ਲੜਦੇ ਜਿਹੜੀ ਹੁਣ ਮੈਨੂੰ ਲੜਨੀ ਪੈ ਰਹੀ ਹੈ। ਪਿਤਾ, ਯਾਨੀ ਮੈਂ ਵੀ ਕਿਸੇ ਅਫਸਰ ਨਾਲ ਲੜਿਆ ਹੁੰਦਾ, ਉਹਦੇ ਨਾਲ ਹੱਥਾਪਾਈ ਕੀਤੀ ਹੁੰਦੀ, ਉਹ ਉੱਚੀ ਬੋਲਦਾ, ਮੈਂ ਹੋਰ ਉੱਚੀ ਬੋਲਦਾ, ਤੇ ਫਿਰ ਨੌਕਰੀ ਤੋਂ ਬਰਖਾਸਤ ਹੋ ਕੇ ਘਰ ਬੈਠਾ ਹੁੰਦਾ। ਪੁੱਤਰ, ਇਸ ਤਰ੍ਹਾਂ ਨਾ ਕਰਦੇ, ਪਰ ਕਿਸੇ ਬੇਇਨਸਾਫੀ ਵਿਰੁੱਧ ਕਦੇ ਬੋਲੇ ਤਾਂ ਹੁੰਦੇ? ਜਿਹੜੀ ਬੁਜ਼ਦਿਲੀ ਤੁਸੀਂ ਤੇ ਤੁਹਾਡੀ ਪੀੜ੍ਹੀ ਨੇ ਬਰਦਾਸ਼ਤ ਕੀਤੀ, ਉਹਦਾ ਨਤੀਜਾ ਮੈਂ ਤੇ ਮੇਰੀ ਪੀੜ੍ਹੀ ਭੋਗ ਰਹੇ ਹਾਂ। ਪਰ ਅਸੀਂ ਇਹ ਸਭ ਚੁੱਪ ਕਰਕੇ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਹੰਗਾਮਾ ਕਰਾਂਗੇ, ਕੁਰਸੀ 'ਤੇ ਬੈਠਿਆਂ ਦੀ ਪੱਗ ਨੂੰ ਹੱਥ ਪਾਵਾਂਗੇ। ਪਿਤਾ, ਤੇਰਾ ਪਿਤਾ ਵੀ ਇੱਕ ਜ਼ਿੰਮੇਵਾਰੀ ਵਾਲੀ ਕੁਰਸੀ 'ਤੇ ਬੈਠਦਾ ਹੈ। ਤੂੰ ਚਾਹੇਗਾ ਕਿ ਜਿਸ ਤਰ੍ਹਾਂ ਤੂੰ ਉਸ ਭਲੇ ਮਾਨਸ ਵਿਅਕਤੀ ਦੀ ਪੱਗ 'ਤੇ ਹੱਥ ਪਾਇਆ ਹੈ, ਕੋਈ ਆ ਕੇ ਤੇਰੇ ਪਿਤਾ ਦੀ ਪੱਗ ਨੂੰ ਵੀ ਇਸ ਤਰ੍ਹਾਂ ਹੀ ਪਾਏ? ਪੁੱਤਰ, ਹਾਂ, ਅਗਰ ਮੇਰਾ ਪਿਤਾ ਕੋਈ ਗਲਤੀ ਕਰ ਰਿਹਾ ਹੋਵੇ ਤਾਂ ਮੇਰੇ ਵਰਗਾ ਕੋਈ ਨੌਜਵਾਨ ਆ ਕੇ ਮੇਰੇ ਪਿਤਾ ਦੀ ਪੱਗ ਨੂੰ ਹੱਥ ਪਾਵੇ ਤਾਂ ਮੈਂ ਉਸ ਨੂੰ ਸ਼ਾਬਾਸ਼ ਦੇਵਾਂਗਾ। ਮੈਂ ਤਾੜੀ ਵਜਾ ਕੇ ਆਖਾਂਗਾ ਕਿ ਤੂੰ ਠੀਕ ਕਰ ਰਿਹਾ ਹੈ। ਮੇਰੇ ਪਿਤਾ ਨਾਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਉਹ ਜਿਸ ਕੁਰਸੀ 'ਤੇ ਬੈਠਾ ਹੈ ਉਹਦੇ ਨਾਲ ਇਨਸਾਫ ਨਹੀਂ ਸੀ ਕਰ ਰਿਹਾ, ਉਹ ਕੁਝ ਟੁਕੜਿਆਂ ਦੇ ਬਦਲੇ ਆਪਣੀ ਜ਼ਮੀਰ ਵੇਚ ਰਿਹਾ ਹੈ। ਪਿਤਾ, ਸ਼ਾਬਾਸ਼ ਪੁੱਤਰ, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। ਆਉਣ ਵਾਲੇ ਸਮੇਂ ਵਿੱਚ ਹੁਣ ਪੁੱਤਰ ਪਿਓ ਦੀ ਪੱਗ ਮਿੱਟੀ ਵਿੱਚ ਰੋਲਣ ਉੱਤੇ ਖੁਸ਼ ਹੋਣਗੇ, ਉਹ ਵਾਜੇ ਵਜਾਉਣਗੇ। ਪੁੱਤਰ, ਉਹ ਪਿਓ ਦੀ ਪੱਗ ਰੋਲਣ 'ਤੇ ਖੁਸ਼ ਨਹੀਂ ਹੋਣਗੇ, ਸਗੋਂ ਹਰ ਉਸ ਗਲਤ ਬੰਦੇ ਦੀ ਪੱਗ ਰੋਲਣ 'ਤੇ ਖੁਸ਼ ਹੋਣਗੇ, ਭਾਵੇਂ ਉਹ ਉਹਦਾ ਪਿਓ ਹੀ ਕਿਉਂ ਨਾ ਹੋਵੇ। ਪਿਤਾ, ਚਲੋ ਜੇਕਰ ਤੂੰ ਇਸੇ ਤਰ੍ਹਾਂ ਹੀ ਰਾਜ਼ੀ ਹੈ ਤਾਂ ਠੀਕ ਹੈ, ਹੁਣ ਤੂੰ ਪੁਲਿਸ ਥਾਣੇ ਚੱਲ। ਪੁੱਤਰ, ਕਿਉਂ? ਪਿਤਾ, ਉਸ ਵਿਅਕਤੀ ਨੇ ਤੇਰੇ ਖਿਲਾਫ FIR ਲਿਖਵਾਈ ਹੈ ਕਿ ਤੂੰ ਉਹਦੀ ਡਿਊਟੀ 'ਤੇ ਬੇਇੱਜ਼ਤੀ ਕੀਤੀ ਹੈ, ਉਹਦੇ 'ਤੇ ਹਮਲਾ ਵੀ ਕੀਤਾ। ਥਾਣੇਦਾਰ ਸਾਹਿਬ ਇੱਥੇ ਆਏ ਸਨ, ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਆਪ ਥਾਣੇ ਲੈ ਕੇ ਜਾਵਾਂਗਾ। ਮੈਂ ਜਾਣ ਲਈ ਤਿਆਰ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਪਿਤਾ ਜੀ ਨੇ ਜੋ ਵਾਅਦਾ ਕੀਤਾ ਹੈ ਉਹ ਪੂਰਾ ਨਾ ਹੋਵੇ ਤੇ ਉਹਨਾਂ ਨੂੰ ਸ਼ਰਮਿੰਦਗੀ ਉਠਾਉਣੀ ਪਵੇ। ਦੋਵੇਂ ਜਾਣਦੇ ਹਨ। ਸੂਤਰਧਾਰ, ਨਾਟਕ ਹੁਣ ਕਚਹਿਰੀ ਹੈ, ਕਚਹਿਰੀ ਜਿੱਥੇ ਹਰ ਝਗੜੇ ਦਾ ਇਨਸਾਫ ਹੁੰਦਾ ਹੈ, ਪਰ ਝਗੜਾ ਮੁੱਕਦਾ ਨਹੀਂ। ਕਚਹਿਰੀ ਜਿੱਥੇ ਇਨਸਾਫ ਕਾਨੂੰਨ ਦੇ ਨਾਂ ਹੁੰਦਾ, ਪਰ ਕਾਨੂੰਨ ਸੱਚ ਦੇ ਨੇੜੇ ਢੁਕਦਾ ਨਹੀਂ। ਝੂਠ ਹੋਣਾ ਚਾਹੁੰਦਾ ਹੈ ਸੱਚ 'ਤੇ ਹਾਵੀ, ਪਰ ਸੱਚ ਵੀ ਹੈ ਅਣਖ ਵਾਲਾ, ਝੂਠ ਅੱਗੇ ਝੁਕਦਾ ਨਹੀਂ। ਪਿਤਾ ਇੱਕ ਜੱਜ ਹੈ, ਪੁੱਤਰ ਕਠਹਿਰੇ ਹੈ ਖੜਾ। ਗੱਲ ਅਜਬ ਜ਼ਰੂਰ ਹੈ,
ਧਿਆਨ ਨਾਲ ਵੇਖਣਾ। ਦ੍ਰਿਸ਼ ਇਹ ਨਾਟਕੀ ਟੱਕਰ ਨਾਲ ਭਰਪੂਰ ਹੈ। ਥਾਂ ਕਚਹਿਰੀ। ਇੱਕ ਵਿਅਕਤੀ ਜੱਜ ਦੀ ਕੁਰਸੀ 'ਤੇ ਬੈਠਾ ਹੈ। ਉਹ ਪਿਤਾ ਹੈ। ਪੁੱਤਰ ਮੁਜਰਮਾਂ ਵਾਲੀ ਥਾਂ 'ਤੇ ਖਲੋਤਾ ਹੈ। ਉਹਦੀਆਂ ਗੱਲਬਾਤ ਕਰਨ ਵੇਲੇ ਦੀਆਂ ਹਰਕਤਾਂ ਸਥਾਪਿਤ ਕਰਦੀਆਂ ਹਨ ਕਿ ਉਹ ਕਟਹਿਰੇ ਵਿੱਚ ਖੜ੍ਹਾ ਹੈ। ਪਿਤਾ, ਤੂੰ ਸਰਕਾਰੀ ਵਕੀਲ ਕੋਲੋਂ ਆਪਣੇ ਵਿਰੁੱਧ ਸੁਣ ਲਿਆ ਏ? ਪੁੱਤਰ, ਹਾਂ ਜੀ, ਸੁਣ ਲਿਆ ਏ। ਪਿਤਾ, ਤੂੰ ਆਪਣੇ ਬਚਾਅ ਲਈ ਕੁਝ ਕਹਿਣਾ ਏ? ਪੁੱਤਰ, ਹਾਂ, ਕਹਿਣਾ ਏ। ਪਿਤਾ, ਤੂੰ ਚਾਹੇ ਤਾਂ ਕੋਈ ਵਕੀਲ ਕਰ ਸਕਦਾ ਏ? ਪੁੱਤਰ, ਨਹੀਂ, ਵਕੀਲ ਮੈਨੂੰ ਬਚਾਅ ਲਈ ਕੋਈ ਦਾਅ ਪੇਚ ਦੱਸੇਗਾ, ਮੈਨੂੰ ਝੂਠ ਬੋਲਣ ਲਈ ਆਖੇਗਾ, ਪਰ ਮੈਂ ਕੋਈ ਝੂਠ ਨਹੀਂ ਬੋਲਣਾ ਚਾਹੁੰਦਾ। ਪਿਤਾ, ਕੀ ਤੇਰਾ ਮਤਲਬ ਹੈ ਕਿ ਇਹ ਕਚਹਿਰੀ ਝੂਠੀਆਂ ਕਾਰਵਾਈਆਂ ਕਰਦੀ ਹੈ? ਪੁੱਤਰ, ਇੱਥੇ ਹਰ ਇੱਕ ਇਨਸਾਫ ਗਵਾਹੀ ਉੱਤੇ ਕੀਤਾ ਜਾਂਦਾ ਹੈ ਅਤੇ ਗਵਾਹੀਆਂ 999% ਝੂਠੀਆਂ ਹੁੰਦੀਆਂ ਨੇ। ਪਿਤਾ, ਗਵਾਹੀ ਦੇਣ ਵਾਲੇ ਨੂੰ ਗੀਤਾ, ਕੁਰਾਨ, ਗ੍ਰੰਥ ਸਾਹਿਬ ਅਤੇ ਪਵਿੱਤਰ ਅੰਜੀਲ 'ਤੇ ਹੱਥ ਰੱਖ ਕੇ ਗਵਾਹੀ ਦੇਣ ਲਈ ਆਖਿਆ ਜਾਂਦਾ ਹੈ। ਪੁੱਤਰ, ਹਾਂ, ਗਵਾਹ ਨੂੰ ਆਖਿਆ ਜਾਂਦਾ ਹੈ ਕਿ ਜੇਕਰ ਉਸਨੇ ਝੂਠ ਬੋਲਣਾ ਹੀ ਹੈ ਤਾਂ ਉਹ ਗੀਤਾ, ਕੁਰਾਨ, ਗੁਰੂ ਗ੍ਰੰਥ ਅਤੇ ਅੰਜੀਲ 'ਤੇ ਹੱਥ ਰੱਖ ਕੇ ਬੋਲੇ, ਤਾਂ ਜੋ ਉਸਦੇ ਝੂਠ ਨੂੰ ਧਾਰਮਿਕ ਪੁੱਠ ਚੜ੍ਹ ਸਕੇ ਅਤੇ ਉਹ ਝੂਠ ਪਵਿੱਤਰਤਾ ਦਾ ਦਰਜਾ ਹਾਸਲ ਕਰ ਲਵੇ। ਪਿਤਾ, ਤੇਰਾ ਮਤਲਬ ਹੈ ਇੱਕ ਧਾਰਮਿਕ ਪੁਸਤਕਾਂ ਝੂਠ ਨੂੰ ਪਨਾਹ ਦੇਣ ਵਾਸਤੇ ਵਰਤੀਆਂ ਜਾਂਦੀਆਂ ਨੇ? ਪੁੱਤਰ, ਹਾਂ, ਮੇਰਾ ਇਹੋ ਮਤਲਬ ਹੈ। ਪਿਤਾ, ਤੂੰ ਇੱਕ ਜੁਰਮ ਤਾਂ ਕੀਤਾ ਹੀ ਹੈ, ਇਹ ਹੋਰ ਜੁਰਮ ਕਰ ਰਿਹਾ ਹੈ। ਪੁੱਤਰ, ਮੈਂ ਤੋਹੀਨ ਨਹੀਂ ਕਰ ਰਿਹਾ, ਸਗੋਂ ਇਹਨਾਂ ਨੂੰ ਤੋਹੀਨ ਤੋਂ ਬਚਾਉਣਾ ਚਾਹੁੰਦਾ ਹਾਂ। ਜੇਕਰ ਝੂਠ ਬੋਲਣਾ ਹੀ ਹੈ ਤਾਂ ਇਹਨਾਂ ਪਵਿੱਤਰ ਪੁਸਤਕਾਂ ਨੂੰ ਵਿੱਚ ਲਿਆਂਦਾ ਜਾਂਦਾ ਹੈ। ਪਿਤਾ, ਇਹ ਤੁਹਾਡੀ ਪੀੜ੍ਹੀ ਦੀ ਆਦਤ ਬਣ ਗਈ ਹੈ ਕਿ ਹਰ ਚੀਜ਼ ਨੂੰ ਉਲਟਾ ਕਰਕੇ ਦੇਖੋ। ਪੁੱਤਰ, ਨਹੀਂ, ਸਾਡੀ ਪੀੜ੍ਹੀ ਚਾਹੁੰਦੀ ਹੈ ਕਿ ਹਰ ਇੱਕ ਚੀਜ਼ ਨੂੰ ਸਹੀ ਪਰਿਪੇਖ ਵਿੱਚ ਵੇਖੀਏ ਅਤੇ ਦੰਭ ਦਾ ਸ਼ਿਕਾਰ ਨਾ ਹੋਈਏ। ਪਿਤਾ, ਖੈਰ, ਜੋ ਕੁਝ ਤੂੰ ਆਪਣੇ ਮੁਕੱਦਮੇ ਬਾਰੇ ਕਹਿਣਾ ਚਾਹੁੰਦਾ ਹੈ ਉਹ ਕਹਿ। ਪੁੱਤਰ, ਮੇਰਾ ਮੁਕੱਦਮਾ ਕੀ ਹੈ? ਉਹ ਤਾਂ ਬਿਲਕੁਲ ਸਾਫ਼ ਹੈ। ਮੈਂ ਇੱਕ ਕਾਲਜ ਵਿੱਚ ਲੈਕਚਰਰ ਦੀ ਨੌਕਰੀ ਲਈ ਅਰਜ਼ੀ ਦਿੱਤੀ। ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ। ਮੇਰੇ ਨੰਬਰ ਸਾਰਿਆਂ ਤੋਂ ਬਹੁਤੇ ਸਨ। ਮੇਰੀ ਮੈਰਿਟ ਸਾਰਿਆਂ ਨਾਲ ਉੱਤੇ ਸੀ, ਪਰ ਮੈਨੂੰ ਉਸ ਨੌਕਰੀ ਲਈ ਨਹੀਂ ਚੁਣਿਆ ਗਿਆ ਅਤੇ ਆਖਿਆ ਗਿਆ ਕਿ ਮੇਰੇ ਕੋਲ ਸਿਫਾਰਸ਼ ਨਹੀਂ। ਮੈਂ ਆਖਿਆ, ਇਹ ਗੱਲ ਨੌਕਰੀ ਦੀ ਐਡਵਰਟਾਈਜ਼ਮੈਂਟ ਵੇਲੇ ਨਹੀਂ ਸੀ ਲਿਖੀ ਗਈ। ਮੈਨੂੰ ਕਿਹਾ ਗਿਆ ਕਿ ਇਹ ਜਮਹੂਰੀਅਤ ਦੇ ਪ੍ਰਬੰਧ ਵਿੱਚ ਇਹੋ ਜਿਹੀਆਂ ਗੱਲਾਂ ਲਿਖੀਆਂ ਨਹੀਂ ਜਾ ਸਕਦੀਆਂ। ਮੈਂ ਕਿਹਾ, ਤੁਹਾਡੀ ਜਮਹੂਰੀਅਤ ਵੀ ਦੰਭ ਹੈ ਅਤੇ ਤੁਸੀਂ ਵੀ ਦੰਭੀ ਹੋ। ਦੰਭੀ ਸ਼ਬਦ 'ਤੇ ਕੁਰਸੀ 'ਤੇ ਬੈਠਾ ਵਿਅਕਤੀ ਆਪੇ ਤੋਂ ਬਾਹਰ ਹੋ ਗਿਆ। ਉਹਨਾਂ ਮੈਨੂੰ ਬਾਹਰ ਨਿਕਲਣ ਲਈ ਕਿਹਾ। ਮੈਂ ਨਹੀਂ ਨਿਕਲਿਆ। ਉਹਨਾਂ ਮੈਨੂੰ ਬਾਹਰ ਧੱਕੇ ਮਾਰਨੇ ਚਾਹੇ। ਉਹਨਾਂ ਦੀ ਪੱਗ ਸਿਰ ਤੋਂ ਲੱਥ ਕੇ ਡਿੱਗ ਪਈ। ਅਸਲ ਵਿੱਚ ਉਹ ਪੱਗ ਬੱਧੀ ਨਹੀਂ ਸੀ, ਸਿਰਫ ਸਿਰ 'ਤੇ ਰੱਖੀ ਹੋਈ ਸੀ। ਪੱਗ ਲੱਥੀ ਵੇਖ ਕੇ ਉਹ ਹੋਰ ਤਿਲਮਿਲਾਏ। ਥਾਣੇ ਨੱਸੇ ਗਏ। ਕਹਾਣੀ ਬਸ ਇੰਨੀ ਹੀ ਸੀ। ਪਿਤਾ, ਕਿਸੇ ਆਦਮੀ ਦੀ ਪੱਗ ਲਹਿ ਜਾਏ, ਮਿੱਟੀ 'ਚ ਰੁਲ ਜਾਏ ਤਾਂ ਉਹਦੇ ਕਤਲ ਦੇ ਬਰਾਬਰ ਹੀ ਹੁੰਦੀ ਹੈ। ਹਾਂ, ਜੇਕਰ ਉਹ ਕਿਸੇ ਅਣਖ ਵਾਲੇ ਦੀ ਪੱਗ ਹੋਏ। ਜੇ ਸਿਰਫ ਕੋਈ ਕੱਪੜਾ ਹੀ ਸਿਰ 'ਤੇ ਲਪੇਟਿਆ ਹੋਏ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੱਪੜਾ ਸਿਰ 'ਤੇ ਹੋਏ ਜਾਂ ਮਿੱਟੀ ਵਿੱਚ ਰੁਲਦਾ ਪਿਆ ਹੋਵੇ। ਤੁਸੀਂ ਹੀ ਦੱਸੋ, ਕੋਈ ਫਰਕ ਪੈਂਦਾ ਏ? ਪਿਤਾ, ਤੂੰ ਤੇ ਮੇਰੇ 'ਤੇ ਇਸ ਤਰ੍ਹਾਂ ਸਵਾਲ ਕਰ ਰਿਹਾ ਹੈ ਜਿਸ ਤਰ੍ਹਾਂ ਕਟਹਿਰੇ ਵਿੱਚ ਮੈਂ ਖੜ੍ਹਾ ਹੋਵਾਂ ਅਤੇ ਜੱਜ ਦੀ ਕੁਰਸੀ 'ਤੇ ਤੂੰ ਬੈਠਾ ਹੋਵੇਂ। ਪੁੱਤਰ, ਉਹ ਤੁਸੀਂ ਸਹੀ ਸਮਝਿਆ ਹੈ। ਸਮਾਂ ਆ ਗਿਆ ਹੈ ਕਿ ਤੁਸੀਂ ਜੋ ਕੁਰਸੀਆਂ 'ਤੇ ਬੈਠੇ ਹੋ ਕਟਹਿਰੇ ਵਿੱਚ ਖੜ੍ਹੇ ਕੀਤੇ ਜਾਓ ਅਤੇ ਅਸੀਂ ਜੋ ਕਟਹਿਰੇ ਵਿੱਚ ਖੜ੍ਹੇ ਹਾਂ ਤੁਹਾਡੇ ਉੱਤੇ ਆਪਣੀ ਜੱਜਮੈਂਟ ਦਈਏ। ਪਿਤਾ, ਕਿਉਂ? ਪੁੱਤਰ, ਕਿਉਂਕਿ ਦੇਸ਼ ਵਿੱਚ ਜੋ ਅਪਰਾਧ ਹੋ ਰਿਹਾ ਹੈ ਉਹਦੇ ਜ਼ਿੰਮੇਵਾਰ ਤੁਸੀਂ ਕੁਰਸੀਆਂ 'ਤੇ ਬੈਠੇ ਲੋਕ ਹੋ। ਇਸ ਦੇਸ਼ ਵਿੱਚ ਜੋ ਕੁਝ ਵੀ ਹਾਲਾਤ ਹੈ ਤੁਹਾਡੀ ਹੀ ਦੇਣ ਹੈ। ਤੁਸੀਂ ਸਾਡੇ 'ਤੇ ਕਦੀ ਇਲਜ਼ਾਮ ਦਿੰਦੇ ਹੋ, ਕਦੀ ਨਸੀਹਤ ਦਿੰਦੇ ਹੋ। ਜੇ ਮੈਂ ਤੁਹਾਡੇ ਕੋਲੋਂ ਪੁੱਛਾਂ ਤੁਸੀਂ ਸਾਡੇ ਲਈ ਕੀ ਕੀਤਾ ਤਾਂ ਤੁਸੀਂ ਕੀ ਜਵਾਬ ਦੇਵੋਗੇ? ਕੀ ਹੈ ਸਾਡਾ ਭਵਿੱਖ? ਕੁਝ ਹੋਰ ਕਹਿਣਾ ਚਾਹੁੰਦਾ ਏ? ਪੁੱਤਰ, ਹਾਂ, ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸੰਖੇਪ ਵਿੱਚ ਮੈਂ ਇੰਨਾ ਹੀ ਕਹਾਂਗਾ ਕਿ ਤੁਸੀਂ ਸਾਨੂੰ ਇਸ ਹਾਲਤ ਵਿੱਚ ਪਹੁੰਚਾ ਦਿੱਤਾ ਹੈ ਕਿ ਸਾਡੇ ਕੋਲ ਵਿਦਰੋਹ ਦੇ ਸਿਵਾ ਕੋਈ ਰਾਹ ਨਹੀਂ ਰਿਹਾ। ਇਹ ਵਿਦਰੋਹ ਕਿਹੋ ਜਿਹਾ ਹੋਵੇ, ਇਹਦੇ ਬਾਰੇ ਅਸੀਂ ਹਾਲੇ ਆਪ ਧੁੰਦ ਵਿੱਚ ਹਾਂ, ਪਰ ਸਾਨੂੰ ਜਦੋਂ ਵੀ ਰੌਸ਼ਨੀ ਲੱਭ ਪਈ ਤਾਂ ਅਸੀਂ ਜ਼ਰੂਰ ਉੱਠਾਂਗੇ ਅਤੇ ਫਿਰ ਜੋ ਕੁਝ ਦਿਸ ਰਿਹਾ ਹੈ ਉਹ ਇਸੇ ਤਰ੍ਹਾਂ ਨਹੀਂ ਦਿਸੇਗਾ। ਪਿਤਾ, ਨੌਜਵਾਨ, ਕਿਉਂਕਿ ਤੂੰ ਭਰੀ ਅਦਾਲਤ ਵਿੱਚ ਆਪਣਾ ਕਸੂਰ ਮੰਨ ਲਿਆ ਹੈ
ਤੇ ਇਹ ਵੀ ਦੱਸ ਦਿੱਤਾ ਹੈ ਕਿ ਕਿੰਨਾ ਹਾਲਾਤਾਂ ਵਿੱਚ ਤੇਰੇ ਕੋਲੋਂ ਕਸੂਰ ਹੋਇਆ। ਅਦਾਲਤ ਤੇਰੇ ਬਾਰੇ ਨਰਮੀ ਦਾ ਰਵੱਈਆ ਇਖਤਿਆਰ ਕਰ ਰਹੀ ਹੈ। ਤੈਨੂੰ 1 ਸਾਲ ਦੀ ਕੈਦ ਦਿੱਤੀ ਜਾਂਦੀ ਹੈ। ਪੁੱਤਰ ਸ਼ੁਕਰੀਆ। ਸੂਤਰਧਾਰ ਜ਼ਿੰਦਗੀ ਆਪਣੀ ਚਾਲ ਚੱਲਦੀ ਰਹੀ। ਨਦੀ ਆਪਣੀ ਰੌਂ ਵਿੱਚ ਵਗਦੀ ਰਹੀ। ਪਿਤਾ ਤੇ ਪੁੱਤਰ ਦੇ ਦਰਮਿਆਨ ਸਿੱਖਾਂ ਦੀ ਦੀਵਾਰ ਹੈ ਤੇ ਇਹੋ ਦੀਵਾਰ ਹੈ ਜੋ ਸਮੇਂ ਦੀ ਰੌਂ ਨੂੰ ਹੈ ਮੋੜਦੀ, ਦਿਲਾਂ ਨੂੰ ਦਿਲਾਂ ਨਾਲ ਹੈ ਜੋੜਦੀ। ਨਾਟਕ ਦਾ ਇਹ ਹੈ ਅਖੀਰ। ਇੱਥੇ ਆ ਕੇ ਹੀ ਮਿਟੇਗੀ 2 ਪੀੜ੍ਹੀਆਂ ਦੀ ਲਕੀਰ। ਜੇਲ੍ਹ ਦਾ ਦ੍ਰਿਸ਼। ਪੁੱਤਰ ਪਿਤਾ ਜੀ ਤੁਸੀਂ ਬੜੇ ਕਮਜ਼ੋਰ ਹੋ ਗਏ ਹੋ। ਪਿਤਾ ਹਾਂ, ਪਿਛਲੇ ਦਿਨਾਂ 'ਚ ਕੁਝ ਠੀਕ ਨਹੀਂ ਰਿਹਾ। ਪੁੱਤਰ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਪਿਤਾ ਇਹ ਤੂੰ ਮੈਨੂੰ ਕਹਿ ਰਿਹਾ ਹੈ, ਤੂੰ ਜਿਹਨੇ ਕਦੇ ਵੀ ਆਪਣਾ ਕੋਈ ਧਿਆਨ ਨਹੀਂ ਰੱਖਿਆ। ਪੁੱਤਰ ਨਹੀਂ ਪਿਤਾ ਜੀ, ਮੈਂ ਤਾਂ ਆਪਣਾ ਬੜਾ ਹੀ ਧਿਆਨ ਰੱਖਦਾ ਹਾਂ। ਦੇਖੋ ਕਿਸ ਤਰ੍ਹਾਂ ਤਕੜਾ ਹਾਂ। ਪਿਤਾ ਹਾਂ, ਲੱਗਦਾ ਏ ਕਿ ਇੱਥੋਂ ਦੇ ਲੋਕਾਂ ਨੂੰ ਆਪਣੇ ਮਹਿਮਾਨਾਂ ਦਾ ਖਿਆਲ ਰੱਖਣਾ ਹੁੰਦਾ ਏ। ਪੁੱਤਰ ਮੈਂ ਸੁਣਿਆ ਏ ਤੁਸੀਂ ਆਪਣੀ ਰਿਟਾਇਰਮੈਂਟ ਲੈ ਲਈ ਹੈ। ਪਿਤਾ ਹਾਂ, ਹੁਣ ਮੈਂ ਕਿਸੇ ਕੁਰਸੀ 'ਤੇ ਨਹੀਂ ਬੈਠਾ ਹੋਇਆ, ਸਗੋਂ ਇੱਕ ਆਜ਼ਾਦ ਵਿਅਕਤੀ ਹਾਂ। ਪੁੱਤਰ ਇਹਦਾ ਮਤਲਬ ਹੈ ਕਿ ਅੱਜ ਇੱਕ ਪੁੱਤਰ ਆਪਣੇ ਪਿਤਾ ਨਾਲ ਗੱਲ ਕਰ ਰਿਹਾ ਹੈ। ਹਾਂ, ਹੁਣ ਸਾਡੇ ਦਰਮਿਆਨ ਕੋਈ ਕੁਰਸੀ ਨਹੀਂ, ਨਾ ਦਫ਼ਤਰ ਦੇ ਸੁਪਰਡੈਂਟ ਦੀ, ਨਾ ਕਿਸੇ ਇੰਟਰਵਿਊ ਲੈਣ ਵਾਲੇ ਦੀ ਅਤੇ ਨਾ ਹੀ ਕਿਸੇ ਜੱਜ ਦੀ। ਤੇ ਤੂੰ ਇਹੀ ਚਾਹੁੰਦਾ ਸੀ। ਪੁੱਤਰ ਪਿਤਾ ਜੀ ਮੈਂ ਤੁਹਾਡੇ ਅੰਦਰਲੇ ਬਾਪ ਦਾ ਹਮੇਸ਼ਾ ਸਤਿਕਾਰ ਕੀਤਾ ਹੈ। ਮੇਰਾ ਤਾਂ ਸੰਘਰਸ਼ ਤੁਹਾਡੇ ਉੱਪਰਲੇ ਖੋਲ ਨਾਲ ਸੀ। ਪਿਤਾ ਤੂੰ ਮੇਰਾ ਅੰਦਰਲੇ ਬਾਪ ਦਾ ਕੀ ਦੇਖਿਆ। ਪੁੱਤਰ ਬਹੁਤ ਕੁਝ, ਖਾਸ ਕਰਕੇ ਮਾਤਾ ਜੀ ਦੇ ਦੇਹਾਂਤ ਤੋਂ ਬਾਅਦ। ਬਹੁਤ ਵਾਰ ਮੈਂ ਜਦੋਂ ਪੜ੍ਹਦਾ ਸੌਂ ਜਾਂਦਾ ਸੀ, ਤੁਸੀਂ ਚੁੱਪ ਚਪੀਤੇ ਮੇਰੇ ਕਮਰੇ ਵਿੱਚ ਆਉਂਦੇ ਸੀ, ਮੇਰੀ ਛਾਤੀ ਤੋਂ ਕਿਤਾਬ ਚੁੱਕਦੇ ਸੀ, ਮੇਰੇ ਸਿਰ 'ਤੇ ਪਿਆਰ ਨਾਲ ਹੱਥ ਫੇਰਦੇ ਸੀ ਤੇ ਫਿਰ ਬੱਤੀ ਬੁਝਾ ਦਿੰਦੇ ਸੀ। ਪਿਤਾ ਤੈਨੂੰ ਕਿਸ ਤਰ੍ਹਾਂ ਇਹ ਸਭ ਕੁਝ ਪਤਾ ਏ? ਤੂੰ ਤਾਂ ਸੁੱਤਾ ਹੁੰਦਾ ਸੀ। ਪੁੱਤਰ ਨਹੀਂ, ਕਦੀ ਭਾਵੇਂ ਸੁੱਤਾ ਹੋਵਾਂ, ਪਰ ਬਹੁਤੀ ਵਾਰ ਮੈਂ ਸਿਰਫ ਨਾਟਕ ਕਰਦਾ ਸਾਂ। ਮੈਨੂੰ ਤੁਹਾਡੀ ਉਡੀਕ ਹੁੰਦੀ ਸੀ, ਕਿਉਂਕਿ ਉਹੀ ਘੜੀਆਂ ਸਨ ਜਦੋਂ ਮੇਰੇ ਤੇ ਤੁਹਾਡੇ ਦਰਮਿਆਨ ਕੋਈ ਦੀਵਾਰ ਨਹੀਂ ਹੁੰਦੀ ਸੀ, ਜਿਸ ਤਰ੍ਹਾਂ ਹੁਣ ਨਹੀਂ। ਪਿਤਾ ਮੈਨੂੰ ਕਦੀ ਵੀ ਨਹੀਂ ਪਤਾ ਲੱਗਾ ਕਿ ਤੂੰ ਮੇਰੇ ਨਾਲ ਇਹੋ ਜਿਹੀਆਂ ਪਿਆਰ ਵਾਲੀਆਂ ਸ਼ੈਤਾਨੀਆਂ ਕਰ ਸਕਦਾ ਸੀ। ਮੈਂ ਤੈਨੂੰ ਹਮੇਸ਼ਾ ਇੱਕ ਗੁਸਤਾਖ ਬੱਚਾ ਹੀ ਸਮਝਿਆ। ਪੁੱਤਰ ਜ਼ਿੰਦਗੀ ਦੀਆਂ ਉਹ ਘੜੀਆਂ ਸਨ ਜਦੋਂ ਮੈਂ ਤੁਹਾਨੂੰ ਅਸਲੀ ਰੂਪ ਵਿੱਚ ਵੇਖ ਸਕਿਆ ਸਾਂ। ਇਸੇ ਲਈ ਮੈਂ ਤੁਹਾਡੀ ਹਰ ਜ਼ਿਆਦਤੀ ਨੂੰ ਖਿੜੇ ਮੱਥੇ ਬਰਦਾਸ਼ਤ ਕਰਦਾ ਸਾਂ। ਪਿਤਾ ਤੇ ਇਹ ਵੀ ਜ਼ਿਆਦਤੀ ਹੈ ਕਿ ਤੈਨੂੰ ਇੱਥੇ ਜੇਲ੍ਹ ਵਿੱਚ ਭੇਜਣ ਵਾਲਾ ਵੀ ਮੈਂ ਹਾਂ। ਪੁੱਤਰ ਨਹੀਂ ਪਿਤਾ ਜੀ, ਇਸ ਬਾਰੇ ਮੈਂ ਸਾਰੀ ਜ਼ਿੰਦਗੀ ਤੁਹਾਡਾ ਅਹਿਸਾਨਮੰਦ ਰਵਾਂਗਾ। ਅਹਿਸਾਨਮੰਦ? ਪੁੱਤਰ ਹਾਂ ਪਿਤਾ ਜੀ, ਇਹ ਥਾਂ ਤਾਂ ਇੱਕ ਯੂਨੀਵਰਸਿਟੀ ਹੈ। ਇੱਥੇ ਆ ਕੇ ਤਾਂ ਮੈਨੂੰ ਇੱਕ ਅਹਿਸਾਸ ਹੋਇਆ। ਅਹਿਸਾਸ? ਹਾਂ ਪਿਤਾ ਜੀ, ਇਹ ਅਹਿਸਾਸ ਕਿ ਮੈਂ ਇੱਕ ਕਾਗਜ਼ 'ਤੇ ਲਿਖਿਆ ਵੀ ਹੈ। ਸਾਡੀਆਂ ਅੱਖਾਂ ਹਨ, ਅਸੀਂ ਵੇਖ ਸਕਦੇ ਹਾਂ, ਪਰ ਵੇਖਦੇ ਹੋਏ ਵੀ ਅਸੀਂ ਕੁਝ ਨਹੀਂ ਵੇਖਦੇ। ਸਾਡੀ ਜ਼ਬਾਨ ਹੈ, ਅਸੀਂ ਬੋਲ ਸਕਦੇ ਹਾਂ, ਪਰ ਬੋਲਦੇ ਹੋਏ ਵੀ ਚੁੱਪ ਹਾਂ, ਕਿਉਂਕਿ ਜੋ ਕੁਝ ਅਸੀਂ ਬੋਲਣਾ ਹੁੰਦਾ ਹੈ ਉਹ ਅਸੀਂ ਨਹੀਂ ਬੋਲਦੇ। ਸਾਡੇ ਪੈਰ ਹਨ, ਅਸੀਂ ਤੁਰ ਸਕਦੇ ਹਾਂ, ਪਰ ਅਸੀਂ ਤੁਰਦੇ ਹੋਏ ਵੀ ਇੱਕੋ ਹੀ ਥਾਂ ਖਲੋਤੇ ਹੋਏ, ਕਿਉਂਕਿ ਜਿਸ ਦਿਸ਼ਾ ਵੱਲ ਅਸੀਂ ਤੁਰਨਾ ਹੈ ਉਸ ਸੜਕ 'ਤੇ ਤੁਰਦੇ ਨਹੀਂ। ਹਾਂ ਪਿਤਾ ਜੀ, ਮੈਨੂੰ ਇੱਕ ਅਹਿਸਾਸ ਹੋਇਆ ਅਤੇ ਮੌਕਾ ਵੀ ਮਿਲਿਆ ਇਹ ਜਾਣਨ ਦਾ ਕਿ ਇਸ ਸਮਾਜ ਵਿੱਚ ਜੋ ਕੁਝ ਗਲਤ ਹੈ ਉਹ ਗਲਤ ਕਿਉਂ ਹੈ ਤੇ ਇਹ ਗਲਤ ਬਦਲਿਆ ਕਿਸ ਤਰ੍ਹਾਂ ਜਾ ਸਕਦਾ ਹੈ। ਪਿਤਾ ਜੀ ਇਹ ਗੱਲ ਮੈਂ ਕਿੱਧਰ ਲੈ ਗਿਆ ਹਾਂ? ਤੁਸੀਂ ਮਿਲਣ ਆਏ ਹੋ, ਮੈਨੂੰ ਤਾਂ ਘਰ ਦੀਆਂ ਹੀ ਗੱਲਾਂ ਕਰਨੀਆਂ ਚਾਹੀਦੀਆਂ ਨੇ। ਪਿਤਾ ਨਹੀਂ ਪੁੱਤਰ, ਮੈਨੂੰ ਤੇਰੀਆਂ ਇਹਨਾਂ ਗੱਲਾਂ ਵਿੱਚ ਹੀ ਦਿਲਚਸਪੀ ਹੈ। ਪੁੱਤਰ ਹਾਂ ਪਿਤਾ ਜੀ, ਹੁਣ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਬਾਹਰ ਦੀਆਂ ਸੜਕਾਂ ਮੈਨੂੰ ਉਡੀਕ ਰਹੀਆਂ ਹਨ, ਜਿਨ੍ਹਾਂ 'ਤੇ ਤੁਰਨ ਲਈ ਮੈਂ ਧੜ 'ਤੇ ਸਾਬਤ ਸੋਚ ਵਾਲੇ ਸਿਰ ਦੀ ਲੋੜ ਹੈ। ਪਿਤਾ ਅੱਗੇ ਨਹੀਂ ਸੀ ਲੱਗਦਾ। ਪੁੱਤਰ ਅੱਗੇ ਲੱਗਦਾ ਸੀ ਕਿ ਸਾਬਤ ਸਿਰ ਹੋਵੇ ਤਾਂ ਕਾਫੀ ਹੈ, ਪਰ ਹੁਣ ਮੈਂ ਜਾਣਦਾ ਹਾਂ ਕਿ ਸਾਬਤ ਸਿਰ ਦੇ ਨਾਲ ਸੋਚਵਾਨ ਸਿਰ ਦੀ ਲੋੜ ਹੈ। ਪਿਤਾ ਪੁੱਤਰ ਤੂੰ ਹੁਣ ਆਖਿਆ ਹੈ ਕਿ ਬਾਹਰ ਦੀਆਂ ਸੜਕਾਂ ਤੈਨੂੰ ਉਡੀਕ ਰਹੀਆਂ ਨੇ, ਮੈਨੂੰ ਵੀ ਤੇਰੀ ਉਡੀਕ ਰਹੇਗੀ। ਘੜੀ ਵੱਲ ਵੇਖਦੇ ਹੋਏ ਸਮਾਂ ਹੋ ਗਿਆ ਏ। ਪੁੱਤਰ ਸ਼ਾਇਦ ਤੁਹਾਡੇ ਜਾਣ ਦਾ ਵਕਤ ਹੋ ਗਿਆ ਏ। ਆਪਣੀ ਸਿਹਤ ਦਾ ਧਿਆਨ ਰੱਖਣਾ। ਮੈਂ ਜਲਦੀ ਹੀ ਬਾਹਰ ਆਵਾਂਗਾ। ਇਹ ਸਮਾਂ ਲੰਘਦਿਆਂ ਦੇਰ ਨਹੀਂ ਲੱਗਦੀ। ਪਿਤਾ ਹਾਂ, ਸਮਾਂ ਤਾਂ ਜਲਦੀ ਲੰਘ ਹੀ ਜਾਏਗਾ। ਤੂੰ ਮੈਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ ਹੈ, ਮੈਂ ਖਿਆਲ ਰੱਖਾਂਗਾ।
ਮੈਨੂੰ ਉਡੀਕ ਰਹੇਗੀ ਕਿ ਤੇਰੇ ਬਾਹਰ ਆਉਣ ਦੀ, ਤੇਰੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ, ਜਿਸ ਤਰ੍ਹਾਂ ਕਿ ਹਰ ਬਾਪ ਨੂੰ ਆਪਣੇ ਬੇਟੇ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਪੁੱਤਰ ਪਿਤਾ ਦੇ ਪੈਰਾਂ ਵੱਲ ਝੁਕਦਾ ਹੈ। ਪਿਤਾ ਉਸ ਨੂੰ ਕਲਾਵੇ ਵਿੱਚ ਲੈਂਦਾ ਹੈ। ਦੋਵੇਂ ਇੱਕ ਦੂਜੇ ਵੱਲ ਵੇਖਦੇ ਹੋਏ ਪਿੱਛੇ ਹਟ ਜਾਂਦੇ ਹਨ ਅਤੇ ਫਿਰ ਆ ਕੇ ਦੁਬਾਰਾ ਮਿਲਦੇ ਹਨ। ਹੌਲੇ ਹੌਲੇ ਫੇਡ ਹੁੰਦਾ ਹੈ ਅਤੇ ਨਾਟਕ ਸਮਾਪਤ ਹੁੰਦਾ ਹੈ। ਔਖੇ ਸ਼ਬਦ ਆਪਾਂ ਦੇਖਦੇ ਹਾਂ। ਜ਼ਰਦ, ਪੀਲਾ, ਜਨਾਜ਼ਾ, ਮੁਰਦੇ ਦਾ ਵਿਮਾਨ, ਮੁਰਦਾ ਸਰੀਰ ਨੂੰ ਫੂਕਣ ਦੱਬਣ ਲਈ, ਆਦਿ ਦੀ ਥਾਂ 'ਤੇ ਲਿਜਾਣ ਦੀ ਕਿਰਿਆ, ਤਾਇਨਾਤ, ਮੁਕਰਰ ਹੋਣਾ, ਨਿਯੁਕਤ ਹੋਣਾ, ਬਰਖਾਸਤ, ਸਭਾ ਦਾ ਉੱਠ ਜਾਣਾ, ਹਟਾਇਆ ਹੋਣਾ, ਬੁਜ਼ਦਿਲੀ, ਕਾਇਰਤਾ, ਹਾਵੀ, ਕਾਬੂ ਕਰਨ ਵਾਲਾ, ਵਸ ਕਰਨ ਵਾਲਾ, ਘੇਰਨ ਵਾਲਾ, ਤਮੀਜ਼, ਸੱਭਿਅਤਾ, ਸਮਝਣ ਦੀ ਕਿਰਿਆ, ਵਿਵੇਕ, ਨਿਰਣਾ, ਤਕਰਾਰ, ਵਿਵਾਦ, ਤਰਕ, ਹੰਗਾਮਾ, ਲੜਾਈ ਝਗੜਾ, ਜੰਗ ਯੁੱਧ, ਜ਼ਮਾਨਤ, ਜ਼ਿੰਮੇਵਾਰੀ, ਇਲਜ਼ਾਮ, ਕਲੰਕ, ਦੋਸ਼, ਨਸੀਹਤ, ਸ਼ੁਭ ਚਿੰਤਨ, ਹਿੱਤ ਦੀ ਗੱਲ, ਉਪਦੇਸ਼, ਸਿੱਖਿਆ, ਗੁਸਤਾਖ, ਬੇਅਦਬ। ਸੋ ਬੱਚੇ ਹੁਣ ਇਸ ਤੋਂ ਪ੍ਰਸ਼ਨ ਉੱਤਰ ਨੇ ਜਿਹੜੇ ਆਪਾਂ ਪੜ੍ਹੀ ਹੈ ਇਕਾਂਗੀ ਇਸ ਦੇ ਵਿੱਚੋਂ ਆਉਣਗੇ ਤੁਹਾਨੂੰ, ਠੀਕ ਹੈ ਨਾ। ਅਤੇ ਆਪਾਂ ਇਹਨਾਂ ਦੀ ਜਿਹੜੇ ਹੁਣ ਪਾਤਰ ਚਿਤਰਨ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਬੱਚੋ ਹੈ ਪਾਤਰ ਆਪਣਾ ਹੈ ਨਾਇਕ ਹੈ, ਜੋ ਨਾਇਕ ਕਿਹੜਾ ਇੱਕ ਨੌਜਵਾਨ ਹੈ ਨਾ। ਅਤੇ ਨੌਜਵਾਨ ਦਾ ਜਿਹੜਾ ਹੈ ਆਪਾਂ ਦੇਖਦੇ ਹਾਂ ਵੀ ਉਹ ਕਿਹੋ ਜਿਹਾ ਕਿਹੋ ਜਿਹਾ ਨਹੀਂ। ਵੈਸੇ ਤਾਂ ਤੁਹਾਨੂੰ ਸਾਰਾ ਪਤਾ ਲੱਗ ਹੀ ਚੁੱਕਿਆ ਹੈ। ਸਭ ਤੋਂ ਪਹਿਲਾਂ ਵੀ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ, ਠੀਕ ਹੈ ਨਾ, ਵੀ ਕੀ ਕਰਦਾ, ਇੱਕ ਨਵੀਂ ਪੀੜ੍ਹੀ ਦਾ ਪ੍ਰਤੀਨਿਧ ਹੁੰਦਾ ਹੈ। ਜਾਣ ਪਛਾਣ ਕਰਾਵਾਂਗੇ ਆਪਾਂ ਵੀ ਉਹ ਗੁਰਸ਼ਰਨ ਸਿੰਘ ਦੇ ਇਕਾਂਗੀ ਨਾਇਕ ਦਾ ਮੁੱਖ ਪਾਤਰ ਹੈ, ਠੀਕ ਹੈ। ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਹੈ, ਦਲੇਰ ਹੈ, ਇਨਸਾਫ ਪਸੰਦ ਹੈ, ਬੇਇਨਸਾਫੀ ਵਿਰੁੱਧ ਆਵਾਜ਼ ਉਠਾਉਂਦਾ ਹੈ, ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਦਾ ਹੈ, ਹੋਣਹਾਰ ਹੈ, ਲਾਇਕ ਹੈ, ਉੱਚੀ ਪਦਵੀ ਦਾ ਇੱਛੁਕ ਵੀ ਹੁੰਦਾ ਹੈ, ਉਹ ਆਤਮ ਵਿਸ਼ਵਾਸੀ ਵੀ ਹੁੰਦਾ ਹੈ, ਠੀਕ ਹੈ ਨਾ। ਮੂੰਹ 'ਤੇ ਗੱਲ ਕਹਿੰਦਾ ਹੈ, ਉਹ ਸਮਾਜ ਨੂੰ ਤਬਦੀਲ ਕਰਨ ਦਾ ਇੱਛੁਕ ਹੈ, ਪਿਤਾ ਦਾ ਸਤਿਕਾਰ ਕਰਨ ਵਾਲਾ ਹੈ ਉਹ, ਠੀਕ ਹੈ ਨਾ। ਅਤੇ ਬੁਢਾਪੇ ਦੇ ਵਿੱਚ ਚਾਹੁੰਦਾ ਵੀ ਸੇਵਾ ਕਰੇ ਅਤੇ ਮਾਫੀ ਵੀ ਮੰਗਦਾ ਅੰਤ ਦੇ ਵਿੱਚ ਉਹ। ਅਤੇ ਫਿਰ ਪਿਤਾ ਇਹ ਬੱਚੋ ਪਿਤਾ ਦਾ ਕੀ ਹੈ ਕਿ ਉਹ ਪਿਤਾ ਸਭ ਤੋਂ ਪਹਿਲਾਂ ਜਾਣ ਪਛਾਣ ਕਰਾਵਾਂਗੇ। ਇਕਾਂਗੀਕਾਰ ਗੁਰਸ਼ਰਨ ਸਿੰਘ ਨੇ ਇਸ ਇਕਾਂਗੀ ਵਿੱਚ ਨਾਇਕ ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਦੇ ਜੋ ਵਿਚਾਰਾਂ ਨੂੰ ਸਪਸ਼ਟ ਕੀਤਾ। ਉਸ ਵਿੱਚ ਪਿਤਾ ਇੱਕ ਪੁਰਾਣੀ ਪੀੜ੍ਹੀ ਦਾ ਪ੍ਰਤੀਨਿਧ ਹੈ, ਠੀਕ ਹੈ। ਪਰਿਵਾਰ ਦੇ ਵਿੱਚ ਉਹ ਆਊ ਵੀ ਉਸਦਾ ਇੱਕ ਪੁੱਤਰ ਹੈ। ਅਤੇ ਉਸ ਤੋਂ ਬਾਅਦ ਉਹ ਕਹਿੰਦਾ ਹੈ ਵੀ ਸਰਮਾਏਦਾਰ ਯੁੱਗ ਦੇ ਵਿੱਚ ਇੱਦਾਂ ਹੀ ਚੱਲਦਾ ਜੋ ਚੱਲਦਾ ਆ ਰਿਹਾ ਹੈ, ਠੀਕ ਹੈ ਨਾ। ਫਿਰ ਆਪਣੀਆਂ ਮਜਬੂਰੀਆਂ ਨੂੰ ਵੀ ਉਹ ਬਾਰ-ਬਾਰ ਗਿਣਾਉਂਦਾ ਹੈ, ਇਸ ਲਈ ਉਹ ਬੇਇਨਸਾਫੀਆਂ ਵੀ ਸਹਿਣ ਕਰਦਾ ਹੈ, ਠੀਕ ਹੈ ਨਾ। ਅਤੇ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਹੈ, ਉਸਦੇ ਵਿਚਾਰਾਂ ਨੂੰ ਸਮਝਦਾ, ਪਰ ਉਹ ਮਜਬੂਰ ਹੁੰਦਾ ਹੈ। ਅਫਸਰ ਦੇ ਰੂਪ ਦੇ ਵਿੱਚ ਜਦੋਂ ਆਉਂਦਾ ਹੈ, ਪਿਤਾ ਜਦੋਂ ਅਫਸਰ ਦੇ ਰੂਪ ਵਿੱਚ ਸਟੇਜ 'ਤੇ ਆਉਂਦਾ ਹੈ ਤਾਂ ਉਹ ਸਰਮਾਏਦਾਰ ਨਿਜ਼ਾਮ ਦੀਆਂ ਕਦਰਾਂ ਕੀਮਤਾਂ ਦਾ ਪੱਲਾ ਨਾ ਛੱਡਣ ਲਈ ਮਜਬੂਰ ਹੈ। ਭਾਵੇਂ ਉਹਦੇ ਸਾਹਮਣੇ ਇੰਟਰਵਿਊ ਦੇਣ ਲਈ ਉਹਦਾ ਪੁੱਤਰ ਹੀ ਖੜ੍ਹਾ ਹੈ, ਫਿਰ ਵੀ ਉਹ ਉਸਦੀ ਯੋਗਤਾ ਪੱਖੋਂ ਉਸਦਾ ਪੁੱਤਰ ਲੈਕਚਰਾਰ ਦੀ ਪਦਵੀ ਲਈ ਚੁਣੇ ਜਾਣ ਦਾ ਹੱਕਦਾਰ ਹੈ। ਇੰਟਰਵਿਊ ਸਮੇਂ ਉਹ ਆਪਣੇ ਪੁੱਤਰ ਨੂੰ ਕਹਿੰਦਾ ਹੈ ਕਿ ਯੋਗਤਾ ਇੱਕ ਬਹੁਤ ਵੱਡੀ ਗੱਲ ਹੈ, ਪਰ ਇਸ ਸਮਾਜ ਵਿੱਚ ਸੱਚਾਈ ਨੂੰ ਅਖੋਲੇ ਕਰਕੇ ਝੂਠ ਦੇ ਪਰਦੇ ਵਿੱਚ ਸਭ ਕੁਝ ਤੋਲਿਆ ਜਾਂਦਾ ਹੈ। ਇਸ ਲਈ ਬਿਨਾਂ ਸਿਫਾਰਿਸ਼ ਤੈਨੂੰ ਨੌਕਰੀ ਨਹੀਂ ਦਿੱਤੀ ਜਾ ਸਕਦੀ। ਪੁੱਤਰ ਇਸ ਗੱਲ ਦਾ ਵਿਰੋਧ ਕਰਦਾ ਹੈ। ਉਹਨਾਂ ਦਾ ਝਗੜਾ ਹੋ ਜਾਂਦਾ ਹੈ। ਪਿਤਾ ਦੀ ਪਗੜੀ ਲੱਥ ਜਾਂਦੀ ਹੈ। ਉਹ ਬੇਇੱਜ਼ਤੀ ਮਹਿਸੂਸ ਕਰਦੇ ਹਨ ਅਤੇ ਫਿਰ ਵੀ ਉਹ ਸਰਮਾਏਦਾਰ ਨਿਜ਼ਾਮ ਦੇ ਵਿਰੁੱਧ ਆਵਾਜ਼ ਉਠਾ ਸਕਣ ਦੀ ਦਲੇਰੀ ਨਹੀਂ ਕਰ ਸਕਦਾ। ਜੱਜ ਦੇ ਰੂਪ ਦੇ ਵਿੱਚ ਭਾਵੇਂ ਪਿਤਾ ਜੱਜ ਦੇ ਰੂਪ ਵਿੱਚ ਇਨਸਾਫ ਕਰਨ ਲਈ ਬੈਠਾ ਹੈ, ਫਿਰ ਵੀ ਉਹ ਸੱਚਾਈ ਦਾ ਪੱਖ ਪੂਰਨ ਤੋਂ ਅਸਮਰੱਥ ਹੈ। ਉਸ ਨੂੰ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ। ਜਦੋਂ ਪੁੱਤਰ ਮੁਜਰਮ ਦੀ ਹੈਸੀਅਤ ਵਿੱਚ ਉਹਦੇ ਸਾਹਮਣੇ ਹੋ ਕੇ ਉਸ ਨੂੰ ਝੂਠਾ ਮਕਾਰ ਦੱਸਦਾ ਹੈ, ਉਸ ਨੂੰ ਝੂਠੀਆਂ ਗਵਾਹੀਆਂ ਦੇ ਆਧਾਰ 'ਤੇ ਫੈਸਲਾ ਕਰਨ ਵਾਲਾ, ਧਾਰਮਿਕ ਗ੍ਰੰਥਾਂ ਦੀਆਂ ਝੂਠੀਆਂ ਕਸਮਾਂ ਖੁਆ ਕੇ ਝੂਠੀਆਂ ਗਵਾਹੀਆਂ ਦੇ ਆਧਾਰ 'ਤੇ ਇਨਸਾਫ ਕਰਨ ਵਾਲਾ ਕਹਿੰਦਾ ਹੈ। ਜੱਜ ਨੂੰ ਪਤਾ ਹੈ ਕਿ ਪੁੱਤਰ ਦੇ ਕਥਨ ਦੇ ਵਿੱਚ ਸੱਚਾਈ ਹੈ, ਪਰ ਉਸ ਦੀਆਂ ਮਜਬੂਰੀਆਂ ਅਤੇ ਅਸੂਲ ਭਾਵੇਂ ਉਹ ਵੀ ਝੂਠੇ ਹੀ ਹਨ। ਪੁੱਤਰ ਨੂੰ ਸਜ਼ਾ ਦੇਣ ਲਈ ਉਹਨੂੰ ਮਜਬੂਰ ਹੋਣਾ ਪੈਂਦਾ ਹੈ। ਜੱਜ ਦੇ ਰੂਪ ਵਿੱਚ ਵੀ ਉਹ ਉਚਿਤ ਇਨਸਾਫ ਨਹੀਂ ਕਰ ਸਕਦਾ। ਹਾਂਜੀ ਬੱਚੋ, ਹੁਣ ਆਪਾਂ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਾਂਗੇ ਕਿ ਨਾਇਕ ਇਕਾਂਗੀ
ਕਿਹਨਾਂ ਨੇ ਲਿਖੀ ਹੈ? ਆਪਾਂ ਦੱਸਾਂਗੇ ਬੱਚਿਓ ਵੀ ਨਾਇਕ ਇਕਾਂਗੀ ਹੈ ਜਿਹੜੀ ਗੁਰਸ਼ਰਨ ਸਿੰਘ ਜੀ ਦੁਆਰਾ ਲਿਖੀ ਗਈ ਹੈ। ਠੀਕ ਹੈ ਨਾ। ਉਸ ਤੋਂ ਬਾਅਦ ਆ ਗਿਆ ਨਾਇਕ ਇਕਾਂਗੀ ਵਿੱਚ ਪਿਤਾ ਕਿੰਨੇ ਰੂਪ ਵਿੱਚ ਪੇਸ਼ ਹੁੰਦੇ ਨੇ? 3 ਰੂਪ ਦੇ ਵਿੱਚ, ਹੈ ਨਾ। ਕਿਹੜੇ? ਇੱਕ ਤਾਂ ਪਿਤਾ ਦੇ ਰੂਪ ਦੇ ਵਿੱਚ, ਇੰਟਰਵਿਊ ਲੈਣ ਵਾਲੇ ਦੇ ਰੂਪ ਦੇ ਵਿੱਚ, ਅਤੇ ਜੱਜ ਦੇ ਰੂਪ ਦੇ ਵਿੱਚ। ਪਿਤਾ ਪੁੱਤਰ ਨੂੰ ਨੌਕਰੀ ਦੇਣ ਲਈ ਕਿਹੜੀ ਚੀਜ਼ ਜ਼ਰੂਰੀ ਦੱਸਦਾ ਹੈ? ਸਿਫਾਰਿਸ਼। ਠੀਕ ਹੈ ਨਾ। ਉਸ ਤੋਂ ਇਲਾਵਾ ਆਪਾਂ ਹੋਰ ਬਹੁਤ ਸਾਰੇ ਪ੍ਰਸ਼ਨ ਉਹ ਕਰ ਸਕਦੇ ਹਾਂ ਵੀ ਪਿਤਾ ਅਤੇ ਪੁੱਤਰ ਦੇ ਵਿੱਚ ਕਿਸ ਚੀਜ਼ ਦਾ ਫ਼ਰਕ ਹੁੰਦਾ? ਆਪਾਂ ਕਹਾਂਗੇ ਪੀੜ੍ਹੀਆਂ ਦਾ ਫ਼ਰਕ ਹੁੰਦਾ ਹੈ। ਪਿਤਾ ਆਪਣੇ ਪੁੱਤਰ ਨੂੰ ਕਿੰਨਾ ਕੁ ਪਿਆਰ ਕਰਦਾ ਹੈ? ਕਹਾਂਗੇ ਪਿਤਾ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਹਨ ਨਾ। ਫਿਰ ਆ ਗਿਆ ਇਸ ਇਕਾਂਗੀ ਦੇ ਵਿੱਚ ਨਾਇਕ ਕੌਣ ਨੇ? ਆਪਾਂ ਕਹਾਂਗੇ ਵੀ ਇਸ ਇਕਾਂਗੀ ਦੇ ਵਿੱਚ ਨਾਇਕ ਕਿਸ ਨੂੰ ਕਿਹਾ ਗਿਆ? ਪੁੱਤਰ ਨੂੰ ਕਿਹਾ ਗਿਆ, ਹੈ ਨਾ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸ਼ਨ ਨੇ ਬੱਚਿਓ ਜਿਹੜੇ ਤੁਸੀਂ ਕਰ ਸਕਦੇ ਹੋ। ਅਤੇ ਜਿਵੇਂ ਸਤਰਾਂ ਆਈਆਂ ਨੇ ਨਾ ਵਾਰਤਾਲਾਪ ਦੇ ਦੌਰਾਨ, ਅਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸੁਣੋ ਅਤੇ ਉਹਨਾਂ ਦੇ ਵਿੱਚੋਂ ਹੀ ਸਾਰਿਆਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਠੀਕ ਹੈ ਨਾ। ਸੋ ਬੱਚਿਓ ਇਹ ਸਨ ਨਾਇਕ ਇਕਾਂਗੀ ਦੇ ਪਾਤਰ, ਠੀਕ ਹੈ, ਅਤੇ ਵਾਰਤਾਲਾਪ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪੂਰੇ ਸਮਝ ਆਏ ਹੋਣਗੇ ਬੱਚਿਓ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।